विच लाहा प्राप्त कीता है। लड़ीवार गुरबाणी शब्द विचार अज दे अमृतमई बचनां दा पाठ भाई साहब जी पासों सरवण कीता। पवित्र बाणी दी विचार दे नाल सांझ पाउण वास्ते जो समा प्राप्त हो रहा है, मन बिरतियां नूं एकाग्र करदे होए निमाणे जे हो के चवर छतर तखत दे मालक धन गुरु ग्रंथ साहिब महाराज जी दे पावन चरनां विच जुड़न दा यतन करिए। सतगुरु गुरु नानक साहिब जी अमृतमई बाणी दे द्वारा जो सानू दुनियावी मनुखी जीवां नूं समझाउणा चाहुंदे ने, एक मन एक चित हो के समझण दा यतन करिए जी। वाहिगुरु साहिब जी। जप जी साहिब अंत ना सिफती कहण ना अंत। अंत ना करण देन ना अंत। आप जी रोजाना इस अस्थान तो लड़ीवार गुरबाणी शब्द विचार दे नाल सांझ पाउंदे आ रहे हो। नितनेम दीयां बाणियां विचों जो जप जी साहिब दी पवित्र बाणी है, जिस दी लड़ीवार विचार इस अस्थान ते आरंभ और जिस विचों 24वीं पौड़ी का पाठ आप जी ने सरवण किया है। धन गुरु नानक साहिब जी अमृतमई बाणी दे विच परमेश्वर अकाल पुरख वाहिगुरु जी की सिफतो सलाह करदियां होइयां सानू मनुखी दुनियावी जीवां नूं समझाउंदे ने कि अकाल पुरख वाहिगुरु परमेश्वर का अंत नहीं पाया जा सकता। किसी भी रूप दे विच, किसी भी तरीके दे नाल, किसी भी जुगती दे नाल परमेश्वर का अंत ना कोई पा सकिया ते ना कोई उदा अंत पा सकता है। असीं उन्हां दरियावां दी तरह, उन्हां नालियां दी तरह हां जिहड़े समुंदर वल नूं वधदे ने ते एक दिन समुंदर दे विच जाके समा जांदे ने, पर उहदा अंत नहीं। अमृतमई बाणी दे विच ही आपां पढ़ के विचार के आए हां। नदियां अते वाह पवह समुंद ना जाणीए है। वो विशाल समुंदर है ते असीं नदियां दी तरह हां जो इस संसार तो निरंकार तक चलना, लोक तो परलोक तक चलना है। शरीर करके नहीं, आत्मक तल ते आत्मक तल ते असीं परमेश्वर दे विच एक दिन समा जाना है, लीन हो जाना है। पर समाउण विच और निरंकार वाहिगुरु जी दे वल नूं चलण दे विच इह भावना नहीं कि असीं उहदा अंत पाउण वास्ते चले हां। उहदा अखीर किथे है वो लभण वास्ते चले हां। फिर रस्ते दे विच साडे कदम रुक जाणगे, क्योंकि उहदा अंत ना कोई पा सकिया ते ना किसी ने उहदा अंत पाउणा। असीं ते गुरु साहिब जी कोलों जुगती जिहड़ी है वो सिख के ते उस अकाल पुरख वाहिगुरु विच समा जाना है। जिवें पानी दे विच पानी समा जांदा है, इसे तरह असीं आत्मक तल ते
ਪਰਮਾਤਮਾ ਪਰਮੇਸ਼ਵਰ ਦੇ ਵਿੱਚ ਜਾ ਕੇ ਸਮਾਉਣਾ ਹੈ। ਔਰ ਇਹ ਗੁਰੂ ਸਾਹਿਬ ਜੀ ਤੋਂ ਸਾਨੂੰ ਜੁਗਤੀ ਮਿਲਦੀ ਹੈ। ਗੁਰ ਕਿਰਪਾ ਜੈ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿਵੇਂ ਪਾਣੀ ਦਾ ਪਾਣੀ ਦੇ ਵਿੱਚ ਸਮਾ ਜਾਣਾ, ਇੱਕਮਿਕ ਹੋ ਜਾਣਾ, ਇਸੇ ਤਰ੍ਹਾਂ ਅਸੀਂ ਆਤਮਿਕ ਤਲ ਤੇ ਪਰਮਾਤਮਾ ਵਿੱਚ ਇੱਕਮਿਕ ਹੋਣਾ, ਪਰ ਉਹਦਾ ਅੰਤ ਪਾਉਣ ਵਾਸਤੇ ਨਹੀਂ ਚੱਲਣਾ। ਜਾਂ ਗੁਰਬਾਣੀ ਦਾ ਜੋ ਵੀ ਗਿਆਨ ਸਾਨੂੰ ਮਿਲਦਾ ਹੈ, ਗੁਰਬਾਣੀ ਵਿੱਚੋਂ ਜਿੰਨਾ ਵੀ ਗਿਆਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ, ਉਹ ਉਹਦਾ ਅੰਤ ਪਾਉਣ ਵਾਸਤੇ ਨਹੀਂ। ਤੇ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਪਾ ਕੇ ਉਹਦੇ ਵਿੱਚ ਇੱਕਮਿਕ ਹੋ ਗਏ, ਉਹਨਾਂ ਨੇ ਵੀ ਕਿਤੇ ਜ਼ਿਕਰ ਨਹੀਂ ਕੀਤਾ ਕਿ ਅਸੀਂ ਪਰਮੇਸ਼ਵਰ ਦਾ ਅੰਤ ਪਾ ਲਿਆ। ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਉਹ ਬੇਸ਼ੁਮਾਰ ਹੈ, ਬੇਅੰਤ ਹੈ, ਅਥਾਹ ਹੈ, ਜਿਹਦਾ ਥਾਂ ਕੋਈ ਨਹੀਂ ਔਰ ਜਿਹਦਾ ਅੰਤ ਕੋਈ ਨਹੀਂ, ਤੇ ਨਾ ਹੀ ਉਹਦਾ ਅੰਤ ਪਾਇਆ ਜਾ ਸਕਦਾ ਹੈ। 15 ਦੇ 15 ਭਗਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਿਰਾਜਮਾਨ, ਜਿਹੜੇ ਅਕਾਲ ਪੁਰਖ ਪਰਮੇਸ਼ਵਰ ਵਿੱਚ ਲੀਨ ਹੋ ਗਏ, ਸਮਾ ਗਏ, ਇੱਕਮਿਕ ਹੋ ਗਏ। ਪਰ ਕਿਤੇ ਵੀ 15 ਭਗਤਾਂ ਦੀ ਬਾਣੀ ਵਿੱਚੋਂ ਇੱਕ ਵੀ ਪੰਗਤੀ ਐਸੀ ਨਹੀਂ ਮਿਲਦੀ ਜਿਹਦੇ ਵਿੱਚ ਉਹਨਾਂ ਆਖਿਆ ਹੋਵੇ ਕਿ ਅਸੀਂ ਪਰਮੇਸ਼ਵਰ ਦਾ ਅੰਤ ਪਾ ਲਿਆ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਪੌੜੀ ਦੇ ਵਿੱਚ ਸਾਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਹਦੀਆਂ ਸਿਫਤਾਂ ਜਿੰਨੀ ਮਰਜ਼ੀ ਕਰ ਲਓ, ਤੇ ਮਾਲਕ ਦੀਆਂ ਸਿਫਤੋਂ ਸਲਾਹਾਂ ਦੇ ਨਾਲ ਹੀ ਅਸੀਂ ਉਸ ਮਾਲਕ ਦੀਆਂ ਸਿਫਤਾਂ ਨਾਲ ਹੀ ਜੁੜਨ ਵਾਸਤੇ ਆਏ ਹਾਂ। ਜੇ ਅਸੀਂ ਉਹਦੀ ਸਿਫਤ ਵੀ ਕਰਨੀ ਹੈ ਨਾ, ਉਹਦੀ ਵਡਿਆਈ ਵੀ ਕਰਨੀ ਹੈ, ਉਹਦੇ ਗੁਣ ਵੀ ਅਸੀਂ ਗਾਉਣੇ ਨੇ, ਤੇ ਪਰ ਇਹ ਨਹੀਂ ਕਿ ਇੱਕ ਦਿਨ ਉਹਦਾ ਅੰਤ ਹੈ। ਦੁਨਿਆਵੀ ਤਲ ਤੇ ਤੁਸੀਂ ਕਿਸੇ ਦੀ ਵੀ ਵਡਿਆਈ ਕਰੋਗੇ, ਕਿੰਨਾ ਚਿਰ ਕਰਦੇ ਰਹੋਗੇ? ਕਿਸੇ ਦੀ ਸਿਫਤ ਕਰੋਗੇ ਤਾਂ ਕਿੰਨਾ ਚਿਰ ਸੰਸਾਰੀ ਤਲ ਤੇ ਸਿਫਤ ਕਰੋਗੇ? ਇੱਕ ਦਿਨ ਤੁਹਾਡੇ ਕੋਲ ਸ਼ਬਦ ਮੁੱਕ ਜਾਣਗੇ, ਇੱਕ ਦਿਨ ਤੁਹਾਡੇ ਕੋਲ ਬੋਲ ਮੁੱਕ ਜਾਣਗੇ ਸਿਫਤ ਕਰਨ ਲਈ ਦੁਨਿਆਵੀ ਤਲ ਤੇ। ਪਰ ਪਰਮੇਸ਼ਵਰ ਦੀ ਸਿਫਤ ਐਸੀ ਹੈ ਜਿੱਥੇ ਕਦੇ ਬੋਲ ਮੁੱਕਦੇ ਹੀ ਨਹੀਂ, ਜਿੱਥੇ ਕਦੇ ਵਿਚਾਰ ਜਿਹੜੀ ਹੈ ਉਹ ਰੁਕਦੀ ਹੋਈ ਨਹੀਂ। ਅਸੀਂ ਸਿਫਤ ਕਰਨੀ ਹੈ, ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਜਿਹੜੀ ਜਨਮ ਜਨਮ ਦੀ ਮਲ ਵਿਕਾਰਾਂ ਦੀ ਸਾਡੇ ਅੰਦਰ ਲੱਗੀ ਹੋਈ ਹੈ, ਅਸੀਂ ਉਹਦੀ ਸਿਫਤ ਨਾਲ ਜੁੜ ਕੇ ਆਪਣੇ ਅੰਦਰ ਵਿਕਾਰਾਂ ਦੀ ਮਲ ਨੂੰ ਧੋਣਾ ਹੈ। ਪਰ ਸਾਹਿਬ ਜੀ ਕਹਿੰਦੇ ਉਹ ਇੰਨਾ ਵਿਸ਼ਾਲ ਹੈ ਪਰਮੇਸ਼ਵਰ, ਉਹਦੇ ਗੁਣ ਇੰਨੇ ਨੇ ਕਿ ਸਿਫਤ ਕਰਕੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਔਰ ਕਹਿਣ ਦੇ ਵਿੱਚ ਵੀ ਉਹਦਾ ਅੰਤ ਨਹੀਂ ਪੈ ਸਕਦਾ। ਫਿਰ ਬੇਨਤੀ ਕਰਾਂ, ਦੁਨੀਆ ਦੇ ਵਿੱਚ ਦੀ ਵਡਿਆਈ ਕਰਨੀ ਹੋਵੇ ਕਿਸੇ ਦੀ, ਤੇ ਕਹਿਣ ਦੇ ਵਿੱਚ ਅਸੀਂ ਕਿੰਨਾ ਕੁ ਕਹਿ ਕੇ ਉਹਦੇ ਗੁਣ ਗਾ ਲਵਾਂਗੇ, ਉਹਦੀ ਵਡਿਆਈ ਕਰ ਲਾਂਗੇ, ਉਹਦੀ ਸ਼ੋਭਾ ਕਰ ਲਾਂਗੇ, ਜਾਂ ਉਹਦੇ ਬਾਰੇ ਅਸੀਂ ਦੱਸ ਸਕਾਂਗੇ। ਚੰਦ ਬੋਲ ਬੋਲ ਕੇ ਅਸੀਂ ਕਹਾਂਗੇ ਵੀ ਬਸ ਸ਼ਬਦ ਮੁੱਕ ਗਏ। ਪਰ ਪਰਮੇਸ਼ਵਰ ਇੰਨੇ ਕੁ ਬਖਸ਼ਿਸ਼ਾਂ ਦਾ ਮਾਲਕ ਹੈ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ, ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਬੇਸ਼ੁਮਾਰ ਬੇਅੰਤ ਸੁਆਮੀ, ਤੇਰਾ ਅੰਤ ਨ ਕਿਨ ਹੀ ਲਈਐ। ਉਹ ਬੇਸ਼ੁਮਾਰ ਹੈ, ਉਹ ਬੇਅੰਤ ਹੈ, ਤੇਰਾ ਅੰਤ ਕਿਸੇ ਨੇ ਵੀ ਅੱਜ ਤੱਕ ਨਹੀਂ ਲੱਭਿਆ ਹੈ। ਅੱਜ ਤੱਕ ਦੁਨੀਆ ਦੇ ਵਿੱਚ ਕਿੰਨੇ ਵਿਦਵਾਨ ਪੈਦਾ ਹੋ ਚੁੱਕੇ ਨੇ, ਕਿੰਨੇ ਬ੍ਰਹਮ ਗਿਆਨ ਨੂੰ ਰੱਖਣ ਵਾਲੇ, ਉੱਚੇ ਜੀਵਨ ਵਾਲੇ ਸੰਸਾਰ ਵਿੱਚ ਹੋ ਗਏ, ਪਰ ਕਿਸੇ ਨੇ ਵੀ ਤੇਰਾ ਅੰਤ ਜਿਹੜਾ ਉਹ ਪਾਇਆ ਨਹੀਂ। ਇਸ ਲਈ ਮਹਾਰਾਜ ਕਹਿੰਦੇ ਅੰਤ ਨ ਸਿਫਤੀ ਕਹਿਣ ਨ ਅੰਤ। ਸਿਫਤੀ ਸਿਫਤਾਂ ਵਿੱਚ, ਉਹਦੀ ਵਡਿਆਈ ਵਿੱਚ ਅੰਤ ਨਾ, ਅੰਤ ਨਹੀਂ ਹੈ।
ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਬਾਹਰੂਨੀ ਤਲ ਤੇ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਔਰ ਕੁਦਰਤੀ ਤੌਰ ਤੇ ਜਿਹੜੀ ਚੀਜ਼ ਨੂੰ ਅਸੀਂ ਵੇਖ ਲਈਏ ਤੇ ਬੰਦਾ ਉਹਦੇ ਤੇ ਸਰਚ ਕਰਦਾ ਹੈ, ਉਹਦੀ ਖੋਜ ਕਰਦਾ ਹੈ, ਉਹਦੀ ਪੜਚੋਲ ਕਰਦਾ ਹੈ। ਔਰ ਕਿਸ ਲਈ? ਕਿ ਤਾਂ ਕਿ ਮੈਂ ਇਹਦੇ ਅਖੀਰ ਤੱਕ ਪਹੁੰਚ ਸਕਾਂ ਵੀ ਇਹ ਹੈ ਕੀ ਹੈ। ਜੋ ਕੁਦਰਤ ਨੇ ਸਾਜਿਆ ਹੈ ਉਹਦਾ ਅੰਤ ਨਹੀਂ ਹੈ। ਜੋ ਬੰਦੇ ਦੇ ਹੱਥਾਂ ਤੋਂ ਕੋਈ ਚੀਜ਼ ਬਣੀ ਹੈ ਨਾ, ਉਹਦਾ ਅੰਤ ਹੈ। ਇੱਕ ਨੇ ਕਿਸੇ ਦੇ ਹੱਥਾਂ ਤੋਂ ਕੋਈ ਚੀਜ਼ ਬਣੀ ਤੇ ਦੂਸਰੇ ਨੇ ਦਿਮਾਗ ਲਾਇਆ, ਖੋਜ ਕੀਤੀ, ਉਹਦੇ ਅਖੀਰ ਤੱਕ ਪਹੁੰਚ ਗਿਆ। ਜਾਂ 2 ਕਦਮ ਉਹਦੇ ਤੋਂ ਅੱਗੇ ਵੀ ਉਹ ਜਾ ਸਕਦਾ ਹੈ, ਪਰ ਪਰਮੇਸ਼ਵਰ ਦਾ ਅੰਤ ਨਹੀਂ। ਇਹੀ ਕਾਰਨ ਸੀ ਕਿ ਦੁਨੀਆ ਦੇ ਵਿੱਚ ਅਸੀਂ ਜੋ ਬੰਦੇ ਦੇ ਹੱਥੋਂ ਦੀ ਜੋ ਵੀ ਸੰਸਾਰ ਦੇ ਵਿੱਚ ਬਣਿਆ, ਜੋ ਵੀ ਆਕਾਰ ਬਣਿਆ, ਉਹਦਾ ਅੰਤ ਪਾਉਂਦੇ ਪਾਉਂਦੇ ਅਸੀਂ ਇਹ ਸੋਚ ਲਿਆ ਕਿ ਉਹਦੀ ਕੁਦਰਤ ਦਾ ਵੀ ਅੰਤ ਪਾਉਣਾ ਹੈ। ਤੇ ਉਹਦੇ ਕੁਦਰਤ ਦਾ ਅੰਤ ਪਾਉਂਦਿਆਂ ਪਾਉਂਦਿਆਂ ਅਸੀਂ ਬਹੁਤ ਅਗਾਹਾਂ ਲੰਘ ਗਏ, ਪਰ ਉਹਦਾ ਅੰਤ ਤੇ ਨਹੀਂ ਹੋਇਆ। ਜਿਹੜਾ ਤੁਰਿਆ ਸੀ ਉਹਦੀ ਜ਼ਿੰਦਗੀ ਦਾ ਇੱਕ ਦਿਨ ਅੰਤ ਹੋ ਗਿਆ, ਪਰ ਪਰਮੇਸ਼ਵਰ ਦਾ ਅੰਤ ਨਹੀਂ। ਉਹਦੀਆਂ ਵਡਿਆਈਆਂ ਦਾ, ਉਹਦੀਆਂ ਸਿਫਤੋ ਸਲਾਹਾਂ ਦਾ, ਉਹਦੀਆਂ ਬਖਸ਼ਿਸ਼ਾਂ ਦਾ। ਤੋ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਕਹਿਣ ਦੇ ਵਿੱਚ ਵੀ ਜੋ ਅਸੀਂ ਕਹਿ ਰਹੇ ਹਾਂ, ਉਹਦੇ ਗੁਣ ਗਾ ਰਹੇ ਹਾਂ, ਉਹ ਸਾਡੇ ਕਹਿਣ ਦੇ ਵਿੱਚ ਵੀ ਉਹਦਾ ਅੰਤ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ। ਅੰਤ ਨਾ ਕਰਣੈ ਦੇਣ ਨਾ ਅੰਤ। ਅੰਤ ਨਾ ਕਰਣੈ, ਜੋ ਉਹਨੇ ਇਹ ਕੁਦਰਤ ਵਿੱਚ ਕੀਤਾ ਹੈ, ਜੋ ਕੁਦਰਤ ਨੂੰ ਸਾਜਿਆ ਹੈ। ਕਿੰਨੀ ਵਾਰ ਆਪਾਂ ਵਿਚਾਰ ਕਰ ਚੁੱਕੇ ਹਾਂ, ਤਕਰੀਬਨ ਰੋਜ਼ਾਨਾ ਹੀ ਸਾਡੀ ਰਸਨਾ ਤੇ ਇਹ ਬੋਲ ਆਉਂਦੇ ਨੇ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਜੋ ਉਹਨੇ ਕਰਨਾ, ਜੋ ਉਸ ਕਰਨਹਾਰ ਨੇ ਕੀਤਾ ਹੈ। ਕਰਨਹਾਰ ਨੇ ਕੀ ਕੀਤਾ ਹੈ? ਉਹਨੇ ਇਸ ਕੁਦਰਤ ਨੂੰ ਸਾਜਿਆ ਹੈ। ਕੁਦਰਤ ਨੂੰ ਸਾਜ ਕੇ ਇਹਦੇ ਵਿੱਚ ਵੱਖ-ਵੱਖ ਰੂਪ, ਰੰਗ, ਆਕਾਰ ਪਰਮੇਸ਼ਵਰ ਨੇ ਬਣਾਏ ਨੇ। ਤੇ ਜਿੰਨੇ ਵੀ ਰੂਪ, ਰੰਗ, ਆਕਾਰ ਉਸ ਪਰਮੇਸ਼ਵਰ ਨੇ ਇਸ ਕੁਦਰਤ ਨੂੰ ਸਾਜ ਕੇ ਬਣਾਏ ਨੇ, ਸਾਹਿਬ ਜੀ ਕਹਿੰਦੇ ਉਹਦੇ ਉਸ ਕੀਤੇ ਹੋਏ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਪਿਛਲੇ ਦਿਨੀ ਵੀ ਆਪ ਜੀ ਨਾਲ ਇਹ ਸਾਂਝ ਪਾਈ ਸੀ ਕਿ ਕਰਤੇ ਦਾ ਅੰਤ ਤੇ ਬਾਅਦ ਦੀ ਗੱਲ ਹੈ, ਪਹਿਲਾਂ ਕੁਦਰਤ ਦਾ ਅੰਤ ਤੇ ਲੱਭ ਲਈਏ। ਹਜੇ ਤੱਕ ਅਸੀਂ ਕੁਦਰਤ ਦਾ ਅੰਤ, ਉਹ ਭਾਵ ਉਹਦਾ ਅਖੀਰ ਜਿਹੜਾ ਅਸੀਂ ਉਹ ਨਹੀਂ ਲੱਭ ਸਕੇ ਕਿ ਇਹ ਕੁਦਰਤ ਜਿਹੜੀ ਉਸ ਮਾਲਕ ਨੇ ਸਾਜੀ ਹੈ, ਇਹਦਾ ਐਂਡ, ਇਹਦਾ ਅਖੀਰ ਕਿੱਥੇ ਹੈ। ਜਿੰਨੇ ਅਸੀਂ ਕਦਮ ਚੱਲਦੇ ਚੱਲਾਂਗੇ, ਅਗਾਂਹ ਸਾਨੂੰ ਹੋਰ ਰਸਤੇ ਲੱਭਦੇ ਜਾਣਗੇ। ਇਹਦਾ ਅੰਤ, ਇਹਦਾ ਅਖੀਰ ਕਿਤੇ ਹੈ ਹੀ ਕੋਈ ਨਹੀਂ। ਇਸ ਲਈ ਸਾਹਿਬ ਨੇ ਕਹਿ ਰਹੇ ਨੇ ਕਿ ਜੋ ਉਸ ਕਰਤੇ ਨੇ ਕੀਤਾ ਹੈ, ਜੋ ਇਸ ਕੁਦਰਤ ਨੂੰ ਸਾਜਿਆ ਹੈ, ਇਸ ਕੁਦਰਤ ਦਾ ਵੀ ਅੰਤ ਨਹੀਂ ਹੈ। ਤੇ ਜੋ ਇਸ ਕੁਦਰਤ ਵਿੱਚ ਦੇ ਰਿਹਾ, ਜੋ ਉਹ ਸਾਨੂੰ ਦਾਤਾਂ ਦੇ ਰਿਹਾ ਹੈ, ਉਹਦੀਆਂ ਦਾਤਾਂ ਦਾ ਵੀ ਕੋਈ ਅੰਤ, ਕੋਈ ਮੁਕਾ ਨਹੀਂ ਹੈ। ਦੇਖੋ ਅੱਜ ਤੱਕ ਜਦੋਂ ਦੀ ਸ੍ਰਿਸ਼ਟੀ ਸਾਜੀ ਹੈ, ਉਹ ਕਦੋਂ ਦੀ ਸਾਜੀ ਹੈ, ਉਹ ਵੀ ਆਪਾਂ ਇੱਕ ਪੌੜੀ ਵਿੱਚ ਵਿਚਾਰ ਕੇ ਆਏ ਹਾਂ ਕਿ ਜਿਹਦਾ ਹਜੇ ਤੱਕ ਅਸੀਂ ਤੇ ਹਜੇ ਇਹੀ ਅੰਦਾਜ਼ਾ ਨਹੀਂ ਲਾ ਸਕੇ ਕਿ ਕੁਦਰਤ ਨੂੰ ਸਾਜਿਆ ਕਦੋਂ ਹੈ। ਤੇ ਸਾਜਣ ਵਾਲੇ ਨੇ ਜਦੋਂ ਇਸ ਕੁਦਰਤ ਨੂੰ ਸਾਜਿਆ ਸੀ ਤੇ ਉਸ ਵੇਲੇ ਪਹਿਲੀ ਰੁੱਤ ਕਿਹੜੀ ਸੀ, ਪਹਿਲਾ ਮਹਾ ਮਹੀਨਾ ਕਿਹੜਾ ਸੀ, ਪਹਿਲਾ ਦਿਨ ਜਿਹੜਾ ਉਹ ਕਿਹੜਾ ਸੀ। ਹਜੇ ਤੱਕ ਤੇ ਅਸੀਂ ਇੱਥੇ ਤੱਕ ਹੀ ਨਹੀਂ ਪਹੁੰਚ ਪਾਏ ਹਾਂ। ਕੁਦਰਤ ਦਾ ਅੰਤ ਤੇ ਬਹੁਤ ਵੱਡੀ ਗੱਲ ਹੈ। ਔਰ ਜੋ ਹੁਣ ਤੱਕ ਦਾਤਾਂ ਮੇਰੇ ਮਾਲਕ ਜੀ ਇਸ ਸ੍ਰਿਸ਼ਟੀ ਨੂੰ ਸਾਜ ਕੇ ਦੇ ਰਹੇ ਨੇ, ਉਹਦਾ ਵੀ ਕੋਈ ਅੰਤ ਨਹੀਂ ਹੈ। ਜਿਹੜਾ ਅਸੀਂ ਮਾਲਕ ਕੋਲੋਂ ਦਾਤਾਂ ਮੰਗ ਰਹੇ ਹਾਂ, ਉਹ ਸਾਨੂੰ ਦਾਤਾਂ ਦੇ ਰਿਹਾ ਹੈ। ਅਸੀਂ ਮੰਗਦੇ 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 ਥੱਕ ਜਾਂਦੇ ਹਾਂ, ਪਰ ਉਹਦੀਆਂ ਦਾਤਾਂ ਜਿਹੜੀਆਂ ਮਿਲਦੀਆਂ ਨੇ ਉਹ ਕਦੇ ਨਹੀਂ ਮੁੱਕਦੀਆਂ। ਦਿੰਦਾ ਦੇ ਲੈਂਦੇ ਥੱਕ ਪਾਹੇ। ਥੱਕ ਦਾ ਅਰਥ ਹੈ ਸਾਡੀ ਜ਼ਿੰਦਗੀ ਮੁੱਕ ਜਾਂਦੀ ਹੈ।
ਅਸੀਂ ਆਪਣੇ ਜੀਵਨ ਦੇ ਵਿੱਚ ਜਿੰਨੇ ਸਾਲ ਸਫ਼ਰ ਕਰਕੇ ਉਹਦੇ ਕੋਲੋਂ ਦਾਤਾਂ ਲਈਆਂ ਉਹ ਤੇ ਦਈ ਜਾ ਰਿਹਾ ਹੈ, ਪਰ ਸਾਡਾ ਜੀਵਨ ਦਾ ਸਫ਼ਰ ਜਿਹੜਾ ਸੀ ਅਸੀਂ ਥੱਕ ਗਏ, ਭਾਵ ਉੱਥੇ ਸਾਡੇ ਜੀਵਨ ਦਾ ਸਫ਼ਰ ਮੁੱਕ ਗਿਆ ਪਰ ਉਹਦੀਆਂ ਦਾਤਾਂ ਨਹੀਂ ਮੁੱਕੀਆਂ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਟੋਟ ਨ ਆਵਈ ਅਗਣਤ, ਭਰੇ ਭੰਡਾਰ। ਅਗਣਤ ਦਾ ਅਰਥ ਜਿੱਥੇ ਗਿਣਤੀ ਕੋਈ ਨਹੀਂ ਹੈ, ਜਿਹਨੂੰ ਗਿਣਿਆ ਹੀ ਨਹੀਂ ਜਾ ਸਕਦਾ। ਅਸੀਂ ਉਸ ਦਾ ਜਿਹੜਾ ਦੇਣ ਵਾਲਾ ਸੀ ਨਾ, ਅਸਲ ਵਿੱਚ ਦੇਣ ਵਾਲੇ ਨਾਲ ਅਸੀਂ ਜੁੜਨਾ ਸੀ। ਅਸੀਂ ਦੇਣ ਵਾਲੇ ਨੂੰ ਭੁਲਾ ਕੇ ਜਿਹਦੇ ਹੱਥਾਂ 'ਚੋਂ ਮਿਲਿਆ ਅਸੀਂ ਉਹਨੂੰ ਹੀ ਰੱਬ ਸਮਝ ਲਿਆ। ਪਹਿਲੇ ਤੇ ਅਸੀਂ ਇਹ ਸਮਝ ਲਈਏ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਕੀ ਹੈ, ਕਿਉਂਕਿ ਅਸੀਂ ਤਾਂ ਜਣੇ ਖਣੇ ਨੂੰ ਰੱਬ ਬਣਾ ਦਿੰਦੇ ਹਾਂ। ਜਿਹੜਾ ਸਾਨੂੰ ਕੋਈ ਧਰਮ ਦੇ ਨਾਮ ਦੇ ਉੱਤੇ ਕੋਈ ਅਡੰਬਰ ਰਚ ਕੇ ਦਿਖਾਵੇ, ਅਸੀਂ ਤੇ ਉਹਨੂੰ ਹੀ ਰੱਬ ਬਣਾ ਕੇ ਪੂਜਣ ਲੱਗ ਜਾਂਦੇ ਹਾਂ। ਸਾਡਾ ਤੇ ਹਜੇ ਭਰਮ, ਅਸੀਂ ਤੇ ਹਜੇ ਭਰਮ ਵਿੱਚੋਂ ਹੀ ਨਹੀਂ ਨਿਕਲ ਸਕੇ। ਗੁਰਬਾਣੀ ਵਿੱਚ ਸਾਨੂੰ ਭਰਮ ਜਾਲ ਜਿਹੜਾ ਸਾਡੇ ਅੰਦਰੋਂ ਤੋੜਿਆ ਗਿਆ ਕਿ ਤੁਸੀਂ ਇਸ ਭਰਮ ਦੇ ਵਿੱਚੋਂ ਨਿਕਲੋ। ਕਿਉਂ? ਕਿਉਂਕਿ ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਦਾਤੇ ਨੇ ਦਾਤ ਆਪਣੇ ਹੱਥ ਵਿੱਚ ਰੱਖੀ, ਦੇਵਨਹਾਰ ਉਹ ਦਾਤਾਰ ਹੈ। ਪਰ ਅਸੀਂ ਜਿਹਦੇ ਹੱਥਾਂ ਤੋਂ ਸਾਨੂੰ ਕੋਈ ਦਾਤ ਮਿਲੀ ਸੀ, ਅਸੀਂ ਸੋਚਿਆ ਇਹੀ ਦੇਵਨਹਾਰ ਹੈ, ਅਸੀਂ ਉਹਨੂੰ ਹੀ ਦਾਤਾ ਬਣਾ ਦਿੱਤਾ। ਰਾਹ ਦੇ ਵਿੱਚ ਕਹਿਣ ਲੱਗੇ, ਇੱਕ ਭੁੱਖਣ ਭਾਣਾ ਕੋਈ ਬੈਠਾ ਸੀ ਤੇ ਮੰਗ ਕਰ ਰਿਹਾ ਸੀ ਕਿ ਕਈ ਦਿਨ ਦਾ ਭੁੱਖਾ ਹਾਂ ਤੇ ਕੋਈ ਕੁਝ ਖਾਣ ਵਾਸਤੇ ਦੇ ਜਾਏ। ਰਾਹ ਵਿੱਚੋਂ ਕਹਿੰਦੇ ਇੱਕ ਰੱਬ ਦਾ ਪਿਆਰਾ ਫਕੀਰ ਨਿਕਲਿਆ, ਉਹਦੇ ਝੋਲੇ ਦੇ ਵਿੱਚ 2 ਪ੍ਰਸ਼ਾਦੇ ਹੋਣਗੇ। ਉਹਨੇ ਆਪਣੇ ਝੋਲੇ ਵਿੱਚੋਂ 2 ਪ੍ਰਸ਼ਾਦੇ ਕੱਢੇ ਤੇ ਉਹਦੇ ਹੱਥ ਦੀ ਤਲੀ ਤੇ ਰੱਖ ਦਿੱਤੇ। ਉਹ ਬੜੀ ਜਲਦੀ ਨਾਲ ਤੋੜ ਕੇ ਬੁਰਕੀ ਜਦੋਂ ਖਾਣ ਲੱਗਾ, ਉਹ ਕਹਿੰਦੇ ਭਲਿਆ ਤੂੰ ਉਸ ਰੱਬ ਦੇ ਨਾਮ ਤੇ ਮੰਗਦਾ ਸੀ, ਤੈਨੂੰ ਰੱਬ ਨੇ 2 ਪ੍ਰਸ਼ਾਦੇ ਹੱਥ ਦੀ ਤਲੀ ਤੇ ਰੱਖ ਤੇ, ਹੁਣ ਖਾਣ ਤੋਂ ਪਹਿਲਾਂ ਕਹਿ ਤੇ ਦੇ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਉਹਦਾ ਸ਼ੁਕਰਾਨਾ ਤੇ ਕਰ। ਉਹ ਕਹਿਣ ਲੱਗਾ ਮੈਂ ਰੱਬ ਦਾ ਸ਼ੁਕਰਾਨਾ ਕਿਉਂ ਕਰਾਂ, ਮੈਂ ਤੇ ਤੇਰਾ ਕਰਾਂਗਾ, ਕਿਉਂਕਿ ਤੇਰੇ ਹੱਥਾਂ ਤੋਂ ਪ੍ਰਸ਼ਾਦਾ ਮੇਰੇ ਹੱਥਾਂ 'ਚ ਹੈ। ਤੇਰਾ ਸ਼ੁਕਰਾਨਾ ਹੈ ਪਰ ਉਸ ਰੱਬ ਦਾ ਨਹੀਂ, ਕਿਉਂਕਿ ਮੈਂ ਰੱਬ ਦਾ ਤੋਂ ਮੰਗ ਰਿਹਾ ਹਾਂ, ਪਰ ਦੇ ਤੇ ਤੂੰ ਰਿਹਾ। ਉਹਨੇ ਆਖਿਆ ਨਹੀਂ, ਮੈਂ ਨਹੀਂ ਦੇ ਰਿਹਾ, ਮੈਨੂੰ ਉਸ ਰੱਬ ਨੇ ਹੀ ਭੇਜਿਆ ਹੈ ਜਿਹਦੇ ਅੱਗੇ ਤੂੰ ਅਰਦਾਸ ਕਰਦਾ। ਮੈਨੂੰ ਤੇ ਉਹਨੇ ਭੇਜਿਆ ਕਿ ਤੇਰੇ ਹੱਥਾਂ ਤੱਕ ਇਹ ਪ੍ਰਸ਼ਾਦਾ ਪਹੁੰਚ ਜਾਏ, ਇਸ ਲਈ ਮੈਂ ਨਹੀਂ ਦੇ ਰਿਹਾ, ਦੇਣ ਵਾਲਾ ਉਹ ਦਾਤਾਰ ਹੈ। ਉਹ ਕਹਿਣ ਲੱਗੇ ਨਹੀਂ, ਮੈਂ ਤੇ ਤੈਨੂੰ ਵੇਖ ਰਿਹਾ, ਤੇਰਾ ਸ਼ੁਕਰਾਨਾ। ਉਹ ਕਹਿੰਦੇ ਨਹੀਂ, ਫਿਰ ਤੂੰ ਨਾ ਸ਼ੁਕਰਾ ਹੈ। ਤੂੰ ਉਸ ਰੱਬ ਦਾ ਨਾਮ ਤੇ ਲੈਣਾ ਪਰ ਤੈਨੂੰ ਉਸ ਰੱਬ ਦੀ ਸਮਝ ਨਹੀਂ। ਤੂੰ ਉਸ ਦਾਤੇ ਕੋਲੋਂ ਮੰਗ ਤੇ ਰਿਹਾ ਪਰ ਉਸ ਦਾਤੇ ਦੀ ਤੈਨੂੰ ਸਮਝ ਹੀ ਕੋਈ ਨਹੀਂ। ਹੁਣ ਦਾਤਾ ਅਸੀਂ ਦਾਤੇ ਕੋਲੋਂ ਮੰਗ ਤੇ ਰਹੇ ਹਾਂ, ਪਰ ਦੇਖਣਾ ਪਏਗਾ ਵੀ ਅਸੀਂ ਸ਼ੁਕਰਾਨਾ ਕਿਹਦਾ ਕਰ ਰਹੇ ਹਾਂ। ਬਹੁਤਾਤ ਵਿੱਚ ਤੁਹਾਨੂੰ ਸੰਸਾਰ ਦੇ ਵਿੱਚ ਸੰਸਾਰ ਦਾ ਹੀ ਸ਼ੁਕਰਾਨਾ ਕਰਦੇ ਨਜ਼ਰ ਆਉਣਗੇ। ਉਸ ਦਾਤਾਰ ਨੂੰ ਤੇ ਦਾਤਾਂ ਲੈ ਕੇ ਬੰਦਾ ਭੁੱਲ ਹੀ ਜਾਂਦਾ ਹੈ। ਪਰ ਨਹੀਂ, ਜਿੰਨੀਆਂ ਵੀ ਦਾਤਾਂ ਨੇ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਉਹ ਸਾਰੀਆਂ ਦਾਤਾਂ ਉਸ ਦਾਤੇ ਦੇ ਘਰ ਵਿੱਚ ਨੇ। ਉਹਦੇ ਘਰ ਵਿੱਚ ਕੀ ਨਹੀਂ ਹੈ? ਸਭ ਕੁਝ ਤੇ ਉਹਦੇ ਘਰ ਵਿੱਚੋਂ ਹੀ ਮਿਲਦਾ ਹੈ। ਸਾਰੀਆਂ ਬਖਸ਼ਿਸ਼ਾਂ ਤੇ ਉਹਦੇ ਘਰ ਦੇ ਵਿੱਚੋਂ, ਤੇ ਜਿਹਦੇ ਘਰ ਵਿੱਚੋਂ ਮਿਲਦੀਆਂ ਨੇ, ਸਾਡਾ ਫਰਜ਼ ਬਣਦਾ ਹੈ ਕਿ ਉਹਦੇ ਦਰ ਤੇ ਉਹਦੇ ਘਰ ਨਾਲ ਜੁੜੀਏ। ਜਿਸ ਘਰ ਵਿੱਚੋਂ ਬਖਸ਼ਿਸ਼ਾਂ, ਤਾਂ ਹੀ ਤੇ ਸਾਨੂੰ ਇਹ ਰਿਪੀਟ ਕਰਾਇਆ ਜਾਂਦਾ ਹੈ, ਰੋਜ਼ ਇੱਕ ਲੈਸਨ ਪੜ੍ਹਾਇਆ ਜਾਂਦਾ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਨੂੰ ਉਹ ਤੁਸੀਂ ਤੁਰਟ ਕੇ ਬਖਸ਼ਿਸ਼ ਦਿੰਦੇ ਹੋ, ਉਹਨੂੰ ਇਹ ਬਖਸ਼ਿਸ਼ਾਂ ਮਿਲਦੀਆਂ ਨੇ। ਪਰ ਸੱਚ ਇਹ ਹੈ ਵੀ ਕਿਆ ਨਹੀਂ ਘਰ ਤੇਰਾ, ਤੇਰੇ ਘਰ ਦੇ ਵਿੱਚ ਕੀ ਨਹੀਂ ਹੈ? ਸਭ ਕੁਝ ਤੇਰੇ ਘਰ ਦੇ ਅੰਦਰ ਹੈ ਤੇ ਸਾਰੀਆਂ ਦਾਤਾਂ ਤੇਰੇ ਹੱਥਾਂ 'ਚੋਂ ਮਿਲਦੀਆਂ ਨੇ। ਪਰ ਦੁਨੀਆ ਨੂੰ ਭੁਲੇਖਾ ਪੈ ਗਿਆ, ਇਹਨਾਂ ਨੇ ਆਪਣੇ ਆਪਣੇ ਦਾਤੇ ਬਣਾ ਲਏ।
ਆਪਣੇ ਆਪਣੇ ਦਾਤੇ ਬਣਾ ਕੇ ਤੇ ਉਹ ਜੁੜ ਗਏ ਵੀ ਇਹ ਸਾਨੂੰ ਦੇਣ ਵਾਲਾ, ਆਹ ਦੇਣ ਵਾਲਾ। ਉਹਨੇ ਤੇ ਰੱਬ ਨੂੰ ਨਹੀਂ ਪੂਜਦੇ ਜਿੰਨਾ ਅਸੀਂ ਬੰਦੇ ਨੂੰ ਪੂਜਦੇ ਹਾਂ। ਉਹਨਾਂ ਤੇ ਅਸੀਂ ਰੱਬ ਦੀ ਆਰਾਧਨਾ ਨਹੀਂ ਕਰਦੇ ਜਿੰਨਾ ਅੱਜ ਸੰਸਾਰ ਵਿੱਚ ਬੰਦਾ ਬੰਦੇ ਦੀ ਆਰਾਧਨਾ ਕਰਦਾ ਹੈ। ਜਦ ਕਿ ਸਾਨੂੰ ਗੁਰਬਾਣੀ ਵਿੱਚ ਸਾਰੀਆਂ ਗੱਲਾਂ ਕਲੀਅਰ ਕਰਕੇ ਸਮਝਾ ਦਿੱਤੀਆਂ ਸੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਇੱਕ ਭਗਵਾਨ। ਦੇਵਨ ਵਾਲਾ ਕੌਣ ਹੈ? ਇੱਕ ਭਗਵਾਨ ਪਰਮੇਸ਼ਵਰ। ਕਹਿਣ ਲੱਗੇ ਇਹ ਮਨੁੱਖ ਦੀ ਟੇਕ ਤੂੰ ਜਿਹੜੀ ਆ ਲੈ ਕੇ ਤੇ ਉਹਨੂੰ ਹੀ ਤੂੰ ਰੱਬ ਜਿਹੜਾ ਉਹ ਮੰਨ ਕੇ ਉਹਦੀ ਆਰਾਧਨਾ, ਉਹਦੀ ਸਿਫਤ ਉਹ ਸਲਾਹ ਵਿੱਚ ਜੁੜਿਆ। ਪਰ ਜਿਹਦੀ ਜੁੜਿਆ ਉਹਦਾ ਤੇ ਇੱਕ ਦਿਨ ਅੰਤ ਹੋ ਜਾਣਾ। ਉਹਦਾ ਤੇ ਸਾਡੀ ਦੇਖੋ ਸੋਚ ਕਿੱਥੇ ਖੜੀ ਹੈ। ਜਿਹਦਾ ਅੰਤ ਹੋ ਜਾਣਾ ਅਸੀਂ ਉਹਦੇ ਨਾਲ ਜੁੜੇ ਹਾਂ, ਤੇ ਜਾਂ ਜਿਹਦਾ ਅੰਤ ਹੋ ਚੁੱਕਾ ਉਹਦੇ ਨਾਲ ਜੁੜੇ ਹੋਏ ਹਾਂ। ਕਈ ਸਾਲ ਹੋ ਗਏ, ਸਦੀਆਂ ਬੀਤ ਗਈਆਂ, ਅੰਤ ਹੋਇਆ, ਅੱਜ ਵੀ ਅਸੀਂ ਉਹ ਥਾਂ ਨਾਲ ਜੁੜੇ ਹੋਏ ਹਾਂ। ਤੇ ਜਿਹਦਾ ਇੱਕ ਦਿਨ ਅੰਤ ਹੋ ਜਾਣਾ ਅਸੀਂ ਉਹਦੇ ਨਾਲ ਜੁੜੇ ਹਾਂ। ਸਾਨੂੰ ਆਖਿਆ ਸੀ ਉਹਦੇ ਨਾਲ ਨਹੀਂ, ਉਹਦੇ ਨਾਲ ਜੁੜ ਜਿਹੜਾ ਬੇਅੰਤ ਹੈ, ਜਿਹਦਾ ਅੰਤ ਕੋਈ ਨਹੀਂ। ਜਿਹੜਾ ਹੁਣ ਸ਼ੁਰੂ ਵਿੱਚ ਹੀ ਸਾਹਿਬ ਸਤਿਗੁਰੂ ਸਾਰੀਆਂ ਗੱਲਾਂ ਕਲੀਅਰ ਕਰਕੇ ਆਪਾਂ 24ਵੀਂ ਪੌੜੀ ਤੇ ਪਹੁੰਚੇ ਹਾਂ। ਪਰ ਇੱਥੇ ਪਹੁੰਚਣ ਦਾ ਲਾਭ ਤਾਂ ਹੀ ਹੈ ਜੇ ਹੁਣ ਤੱਕ 24ਵੀਂ ਪੌੜੀਆਂ ਸਮਝ ਆ ਗਈਆਂ। ਜੇ ਪਿਛਲੀਆਂ ਭੁੱਲਦੇ ਗਏ, ਅੱਗੋਂ ਚੱਲਦੇ ਗਏ, ਫਿਰ ਗੱਲ ਨਹੀਂ ਬਣਨੀ। ਗੱਲ ਬਣਨੀ ਹੈ ਵੀ ਜੇ ਅੱਜ ਵੀ ਸਾਨੂੰ ਚੇਤੇ ਹੈ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਉਦੋਂ ਵੀ ਸੱਚ ਹੈ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਉਹ ਉਦੋਂ ਵੀ ਸੱਚ ਹੈ ਜਦੋਂ ਸ੍ਰਿਸ਼ਟੀ ਬਣੀ ਹੈ, ਤੇ ਉਹ ਅੱਜ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸੱਚ ਭਾਵ ਸਦੀਵੀ ਹੈ, ਅਟਲ ਹੈ, ਅਬਨਾਸ਼ੀ। ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ। ਸਾਡੇ ਅਰਦਾਸ ਦੇ ਪਹਿਲਾ ਐੜਾ ਅੱਖਰ ਵੀ ਸਾਨੂੰ ਇਹੀ ਸੰਕੇਤ ਦਿੰਦਾ ਹੈ ਕਿ ਤੇਰੀ ਬੇਨਤੀ, ਅਰਜ਼ੋਈ, ਅਰਦਾਸ, ਪ੍ਰੇਰ ਉਹਦੇ ਅੱਗੇ ਹੋਵੇ ਜਿਹੜਾ ਅਬਨਾਸ਼ੀ ਹੈ, ਜਿਹਦਾ ਕਦੇ ਨਾਸ਼ ਨਹੀਂ ਹੁੰਦਾ ਕਿਸੇ ਵੀ ਰੂਪ ਵਿੱਚ। ਭਾਵੇਂ ਉਹਦੀ ਸਿਫਤ ਕਰ ਲਓ, ਭਾਵੇਂ ਉਹਦੀਆਂ ਦਾਤਾਂ ਦੇਖ ਲਓ, ਭਾਵੇਂ ਕੁਦਰਤ ਵੇਖ ਲਓ, ਕਿਸੇ ਵੀ ਰੂਪ ਦੇ ਵਿੱਚ ਉਹਦਾ ਅੰਤ ਨਹੀਂ ਹੈ, ਕਿਉਂਕਿ ਉਹ ਹਰ ਪੱਖ ਦੇ ਵਿੱਚ ਪੂਰਾ ਹੈ। ਅਸੀਂ ਹਰ ਪੱਖ ਦੇ ਵਿੱਚ ਅਧੂਰੇ ਹਾਂ। ਅਧੂਰੇ ਨੂੰ ਪੂਰੇ ਦੀ ਲੋੜ ਪੈਂਦੀ ਹੈ। ਅਧੂਰਾ ਅਧੂਰੇ ਦਾ ਪੱਲਾ ਪਕੜੇਗਾ ਤੇ ਪੂਰਾ ਕਿਵੇਂ ਹੋ ਸਕਦਾ ਹੈ? ਇਸ ਲਈ ਮਹਾਰਾਜ ਨੇ ਕਿਹਾ ਸੀ ਕਿ ਤੂੰ ਪੂਰੇ ਦੀ ਆਰਾਧਨਾ ਕਰਨੀ ਹੈ, ਅਧੂਰੇ ਦੀ ਨਹੀਂ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਸੀਂ ਪੂਰੇ ਦੇ ਉੱਤੇ, ਪੂਰਾ ਇੱਕੋ ਹੀ ਹੈ ਪੂਰੇ ਸੰਸਾਰ ਦੇ ਵਿੱਚ, ਅਕਾਲ ਪੁਰਖ ਪਰਮੇਸ਼ਵਰ। ਅਸੀਂ ਸਾਰੇ ਅਧੂਰੇ ਹਾਂ, ਸਭ ਉਹਦੇ ਤੋਂ ਵਿਛੜੇ ਹੋਏ, ਉਹਨੂੰ ਉਹਦੇ ਮਿਲਾਪ ਲਈ ਚੱਲ ਰਹੇ ਹਾਂ। ਇੱਕੋ ਹੀ ਪੂਰਾ ਹੈ, ਉਹ ਆਪ ਪਰਮੇਸ਼ਵਰ। ਤੇ ਪਰਮੇਸ਼ਵਰ ਨੇ ਜੋ ਸਾਨੂੰ ਗੁਰੂ ਦਾ ਰੂਪ ਬਣ ਕੇ ਦਿੱਤਾ ਉਹ ਵੀ ਪੂਰਾ, ਤੇ ਗੁਰੂ ਵੀ ਪੂਰਾ ਹੀ ਚਾਹੀਦਾ ਜੇ ਪੂਰੇ ਦਾ ਮਿਲਾਪ ਚਾਹੀਦਾ। ਤਾਈ ਤੇ ਸਾਹਿਬ ਨੇ ਆਖਿਆ ਜਿਹੜੇ ਪੂਰੇ ਗੁਰੂ ਦੇ ਚਰਨੀ ਲੱਗੇ ਉਹਨੂੰ ਪੂਰੇ ਪਰਮੇਸ਼ਵਰ ਦੀ ਸੋਝੀ ਆ ਗਈ, ਉਹਦੇ ਦੁੱਖ ਕੱਟੇ ਗਏ। ਤੇ ਜਿਹੜਾ ਅਧੂਰੇ ਨਾਲ ਜੁੜਿਆ ਸੀ ਉਹ ਵੀ ਅਧੂਰਾ, ਤੇ ਉਹਦੇ ਨਾਲ ਜੁੜਨ ਵਾਲੇ ਵੀ ਅਧੂਰੇ। ਵੱਡੀ ਵਡਿਆਈ ਆਚਰਜ ਸ਼ੋਭਾ ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਭੇਟਿਓ। ਜਿਹਨੇ ਪੂਰੇ ਗੁਰੂ ਦੇ ਜਾਂ ਮਿਲਾਪ ਆਪਣੇ ਜੀਵਨ ਵਿੱਚ ਹਾਸਲ ਕੀਤਾ ਉਹਦਾ ਕਾਰਜ ਵੀ ਰਾਸ ਹੋਇਆ, ਉਹਦੇ ਦੁੱਖ ਵੀ ਨਾਸ਼ ਹੋਏ। ਨਾਨਕ ਕਉ ਗੁਰ ਪੂਰਾ ਭੇਟਿਓ, ਸਗਲੇ ਦੁੱਖ ਵਿਨਾਸੇ। ਸਾਰੇ ਦੁੱਖ ਉਹਨਾਂ ਦੇ ਨਾਸ਼ ਹੋ ਗਏ। ਇਸ ਲਈ ਗੁਰੂ ਸਾਹਿਬ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਤੁਹਾਨੂੰ ਜੋੜਿਆ ਜਾ ਰਿਹਾ ਹੈ ਇੱਕ ਓੰਕਾਰ ਦੇ ਨਾਲ, ਉਹਦੀ ਗੱਲ ਕਰਦਿਆਂ ਸਾਹਿਬ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ। ਨਾ ਸਿਫਤਾਂ ਵਿੱਚ ਅੰਤ, ਨਾ ਕਹਿਣ ਵਿੱਚ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਜੋ ਉਸ ਕਰਤੇ ਕਰਨਹਾਰ ਨੇ ਕੀਤਾ ਹੈ ਨਾ ਉਹਦਾ ਅੰਤ ਹੈ, ਤੇ ਦੇਣ ਜੋ ਉਹ ਦੇ ਰਿਹਾ ਹੈ ਸਾਨੂੰ ਬਖਸ਼ਿਸ਼ਾਂ, ਨਾ ਉਹਦਾ ਅੰਤ ਪਾਇਆ ਜਾ ਸਕਦਾ ਹੈ। ਅੰਤ
ਅੰਤ ਨਾ ਵੇਖਣ ਸੁਣਨ ਨਾ ਅੰਤ। ਵੇਖਣ ਵਿੱਚ ਤੇ ਸੁਣਨ ਵਿੱਚ ਪਹਿਲਾਂ ਆਖਿਆ ਸੀ ਸਤਿਗੁਰੂ ਜੀ ਨੇ ਕਹਿਣ, ਨਾ ਬੋਲਣ ਵਿੱਚ ਉਹਦਾ ਅੰਤ, ਨਾ ਵੇਖਣ ਦੇ ਵਿੱਚ ਉਹਦਾ ਅੰਤ, ਤੇ ਨਾ ਸੁਣਨ ਦੇ ਵਿੱਚ ਉਹਦਾ ਅੰਤ। ਕਿਉਂਕਿ ਇਹਨਾਂ ਸਾਰਿਆਂ ਨੂੰ ਨਾਣੇ ਨੂੰ ਸਿਹਾਰੀ ਲਾਈ ਹੈ ਗੁਰੂ ਨਾਨਕ ਸਾਹਿਬ ਨੇ। ਸੁਣਨ ਵਿੱਚ, ਵੇਖਣ ਵਿੱਚ, ਆਖਣ ਵਿੱਚ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ। ਹਾਂ, ਸਾਡੀ ਦੇਖੋ ਆ ਨਜ਼ਰ ਹੈ ਨਾ ਸਾਡੀ ਵੇਖਣ ਵਾਲੀ, ਇਹਦੀ ਇੱਕ ਲਿਮਟ ਹੈ। ਜਿੰਨੀ ਇਹਦੀ ਲਿਮਟ ਹੈ, ਇਹਦੇ ਤੋਂ ਅੱਗੇ ਜੇ ਵੇਖੋਗੇ ਧੁੰਦਲਾ ਦਿਖਾਈ ਦੇਗਾ। ਸੁਣਨ ਦੀ ਇੱਕ ਲਿਮਟ ਹੈ, ਸਾਡੀ ਸ਼ਕਤੀ ਜਿਹੜੀ ਸੁਣਨ ਦੀ ਇਹਦੀ ਲਿਮਟ ਹੈ। ਇਹ ਥੋੜੀ ਦੂਰ ਤੱਕ ਆਵਾਜ਼ ਸੁਣਾਈ ਕੰਨਾਂ ਵਿੱਚ ਪੈਂਦੀ ਹੈ, ਪਰ ਉਸ ਤੋਂ ਬਾਹਰ ਹੋ ਜਾਓਗੇ ਤੇ ਕੰਨਾਂ ਤੱਕ ਆਵਾਜ਼ ਪਹੁੰਚਦੀ ਨਹੀਂ। ਇਸੇ ਤਰ੍ਹਾਂ ਸਾਡੇ ਬੋਲਣ ਦੀ ਵੀ ਇੱਕ ਲਿਮਟ ਹੈ। ਕਿਸੇ ਦੀ ਆਵਾਜ਼ ਜਿਹੜੀ ਹੈ ਉਹ ਥੋੜੀ ਦੂਰ ਤੱਕ ਹੈ, ਉਹਦੀ ਥੋੜੀ ਅੱਗੇ ਤੱਕ ਹੈ, ਪਰ ਬੰਦੇ ਨੇ ਚਲੋ ਇੰਨੀ ਕਾਮਯਾਬੀ ਹਾਸਲ ਕਰ ਲਈ ਹੈ ਕਿ ਇਹ ਆਪਣੀ ਅੱਖ ਦੇ ਨਾਲ ਦੇਸ਼ ਵਿੱਚ ਬੈਠਾ ਵਿਦੇਸ਼ ਦਾ ਹਾਲ ਵੇਖ ਸਕਦਾ ਹੈ। ਇੰਨੀ ਤਰੱਕੀ ਤੇ ਆਪਾਂ ਵਿਗਿਆਨ ਦੇ ਤਲ ਤੇ ਕਰ ਲਈ ਹੈ ਨਾ, ਵੀ ਅਸੀਂ ਆਪਣੇ ਕੰਨਾਂ ਦੇ ਨਾਲ ਸਾਡੀ ਸੁਣਨ ਦੀ ਸ਼ਕਤੀ ਜਿੰਨੀ ਕੁ ਸੀ, ਅਸੀਂ ਉਹਨੂੰ ਆਪਣੀ ਵਿਗਿਆਨ ਦੀ ਜੁਗਤੀ ਨਾਲ ਵਧਾ ਲਿਆ। ਅਸੀਂ ਦੇਸ਼ ਵਿੱਚ ਬੈਠ ਕੇ ਵਿਦੇਸ਼ ਵਿੱਚ ਜਿਹੜਾ ਬੋਲ ਰਿਹਾ ਉਹ ਸੁਣ ਸਕਦੇ ਹਾਂ। ਅਸੀਂ ਆਪਣੇ ਅੱਖਾਂ ਦਾ ਦਾਇਰਾ ਵੀ ਵਧਾ ਲਿਆ। ਅੱਜ ਅਸੀਂ ਆਪਣੇ ਦੇਸ਼ ਵਿੱਚ ਬੈਠ ਕੇ ਵਿਦੇਸ਼ਾਂ ਵਿੱਚ ਜੋ ਹੋ ਰਿਹਾ ਲਾਈਵ ਦੇਖ ਸਕਦੇ ਹਾਂ, ਲਾਈਵ ਦੇਖ ਸਕਦੇ ਹਾਂ, ਲਾਈਵ ਸੁਣ ਸਕਦੇ ਹਾਂ, ਔਰ ਜੋ ਬੋਲ ਰਹੇ ਹਾਂ ਉਹ ਦੇਸ਼ ਦੇ ਕੋਨੇ-ਕੋਨੇ ਤੱਕ ਆਪਣੀ ਆਵਾਜ਼ ਨੂੰ ਪਹੁੰਚਾ ਸਕਦੇ ਹਾਂ। ਇੰਨੀ ਤਰੱਕੀ ਹੋ ਜਾਣ ਦੇ ਬਾਵਜੂਦ ਵੀ ਅਸੀਂ ਉਸ ਪਰਮੇਸ਼ਵਰ ਤੱਕ ਪਹੁੰਚ ਨਹੀਂ ਬਣਾ ਸਕਦੇ, ਉਹਦਾ ਅੰਤ ਨਹੀਂ ਅਸੀਂ ਪਾ ਸਕਦੇ, ਭਾਵੇਂ ਅਸੀਂ ਇਹਨਾਂ ਵਿੱਚ ਕਾਮਯਾਬ ਜ਼ਰੂਰ ਹੋ ਗਏ ਹਾਂ। ਸਾਹਿਬ ਜੀ ਕਹਿੰਦੇ ਨੇ ਨਾ ਵੇਖਣ ਦੇ ਵਿੱਚ ਉਹਦਾ ਅੰਤ ਪਾਇਆ। ਆ ਜੋ ਵੇਖ ਰਹੇ ਹਾਂ ਕੋਈ ਅੰਤ ਨਹੀਂ ਇਹਦਾ। ਕਹਿੰਦੇ ਜੋ ਸੁਣ ਰਹੇ ਹੋ ਉਹਦੀਆਂ ਵਡਿਆਈਆਂ, ਉਹਦੇ ਗੁਣ, ਉਹਦੀਆਂ ਸਿਫਤਾਂ ਸੁਣ ਰਹੇ ਹੋ, ਉਹ ਨਾ ਸੁਣਨ ਦੇ ਵਿੱਚ ਉਹਦਾ ਅੰਤ ਕਿਸੇ ਪਾਇਆ ਤੇ ਨਾ ਪਾਉਣਾ, ਤੇ ਨਾ ਵੇਖਣ ਦੇ ਵਿੱਚ ਉਹਦੀ ਕੁਦਰਤ ਨੂੰ ਜੋ ਅਸੀਂ ਵੇਖ ਰਹੇ ਹਾਂ, ਨਾ ਇਹਦਾ ਅੰਤ ਪਾਇਆ ਜਾ ਸਕਦਾ ਹੈ। ਅੰਤ ਨਾ ਜਾਪੈ ਜਾ ਮਨ ਮੰਤ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੁਦਰਤ ਨੂੰ ਵੇਖ ਕੇ, ਸੁਣ ਕੇ, ਕਹਿ ਕੇ ਵੀ ਉਹਦਾ ਅੰਤ ਨਹੀਂ ਹੈ। ਇਹਦਾ ਵੀ ਅੰਤ ਇਹ ਵੀ ਨਹੀਂ ਜਾਪਿਆ ਜਾ ਸਕਦਾ, ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹਦਾ ਅੱਗੇ ਫਰਮਾਨ ਕੀ ਹੋਏਗਾ, ਉਹਦਾ ਅਗਲਾ ਹੁਕਮ ਸਾਡੇ ਵਾਸਤੇ ਕੀ ਹੋਏਗਾ, ਇਹਦਾ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕਿਉਂਕਿ ਉਹਦਾ ਅੰਤ ਕੋਈ ਨਹੀਂ ਹੈ। ਇਹ ਵੀ ਆਪਾਂ ਵਿਚਾਰਾਂ ਹੁਣ ਤੱਕ ਕਰਕੇ ਆਏ ਹਾਂ। ਸਾਹਿਬ ਜੀ ਕਹਿੰਦੇ ਇਹ ਸਾਰਾ ਸੰਸਾਰ ਉਹਦੇ ਹੁਕਮ ਦੇ ਵਿੱਚ ਹੈ, ਸਾਰਾ ਆਕਾਰ ਉਹਦੇ ਹੁਕਮ ਦੇ ਵਿੱਚ ਹੈ, ਪਰ ਉਹਦਾ ਹੁਕਮ ਕਿਸੇ ਨੇ ਵੀ ਨਹੀਂ ਜਾਣਿਆ, ਉਹਦੇ ਹੁਕਮ ਨੂੰ ਕਿਸੇ ਨੇ ਵੀ ਨਹੀਂ ਸਮਝਿਆ, ਕਿਉਂਕਿ ਉਹਦਾ ਅਗਲਾ ਕੀ ਹੁਕਮ ਹੈ ਉਹ ਕੋਈ ਵੀ ਨਹੀਂ ਜਾਣ ਸਕਦਾ। ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ, ਅੰਤ ਨ ਜਾਪੈ, ਨਹੀਂ ਜਾਪਿਆ ਜਾ ਸਕਦਾ, ਨਹੀਂ ਅੰਦਾਜ਼ਾ ਲਾਇਆ ਜਾ ਸਕਦਾ। ਕਿਆ ਮਨ ਮੰਤ, ਮਨ ਦੇ ਨੰਨੇ ਨੂੰ ਸਿਹਾਰੀ ਮਨ ਵਿੱਚ, ਮੰਤ, ਮੰਤ ਦਾ ਅਰਥ ਹੈ ਹੁਕਮ, ਵਿਚਾਰ, ਕਿ ਉਸ ਮਾਲਕ ਦੇ ਮਨ ਵਿੱਚ ਕੀ ਸਾਡੇ ਪ੍ਰਤੀ ਹੁਕਮ ਹੈ, ਕੀ ਉਹਦਾ ਅਗਲਾ ਫਰਮਾਨ ਹੈ, ਸਾਡੇ ਪ੍ਰਤੀ ਕੀ ਵਿਚਾਰ ਉਹਦੇ ਮਨ ਵਿੱਚ ਹੈ, ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਵੀ ਅੰਦਾਜ਼ਾ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ। ਦੁਨੀਆ ਵਿੱਚ ਬਹੁਤ ਵੱਡੇ ਵੱਡੇ ਜੋਤਿਸ਼ੀ ਬੈਠੇ ਹੋਏ ਨੇ ਚੋਟੀ ਦੇ, ਪਰ ਉਹ ਇਹ ਨਹੀਂ ਦੱਸ ਸਕਦੇ ਵੀ ਉਹਦਾ ਅਗਲਾ ਹੁਕਮ ਕੀ ਹੋਣਾ ਹੈ, ਉਹਦਾ ਅਗਲਾ ਹੁਕਮ ਕਿਸ ਤਰ੍ਹਾਂ ਦਾ ਹੋਣਾ ਹੈ। ਦੇਖੋ ਅਸੀਂ ਚਲੋ ਜਨਮ ਤੇ ਮਰਨ ਹੀ ਆਪਾਂ ਲੈ ਕੇ ਚੱਲੀਏ, ਬਹੁਤੀਆਂ ਗੱਲਾਂ ਨਾ ਕਰੀਏ ਤਾਂ ਹਜੇ ਤੱਕ ਤੇ ਅਸੀਂ ਜਨਮ ਔਰ ਮਰਨ ਦਾ ਵੀ ਅੰਦਾਜ਼ਾ ਜਿਹੜਾ ਉਹ ਸਹੀ ਨਹੀਂ ਲਾ ਸਕਦੇ ਹਾਂ। ਠੀਕ ਹੈ, ਕਹਿ ਦਿੱਤਾ ਜਾਂਦਾ ਹੈ ਡਾਕਟਰ ਵੱਲੋਂ ਕਿ ਜਨਮ ਇਹਦਾ ਇੰਨੇ ਦਿਨ ਵਿੱਚ ਹੋ ਸਕਦਾ ਹੈ ਜਾਂ 1-2 ਦਿਨ ਵਿੱਚ ਹੋ ਸਕਦਾ ਹੈ, ਪਰ ਉਹ ਕਲੀਅਰ ਉਹ ਵੀ ਨਹੀਂ ਕਰਦਾ ਕਿ ਸਵੇਰੇ ਹੋਏਗਾ, ਦੁਪਹਿਰੇ ਹੋਏਗਾ ਕਿ ਸ਼ਾਮੀ ਹੋਏਗਾ। ਆ ਪਿਛਲੇ ਦਿਨੀ ਘਟਨਾ 2-3 ਦਿਨ ਦੀ ਗੱਲ ਹੈ ਕਿ ਡਾਕਟਰ ਨੇ ਕਹਿ ਦਿੱਤਾ ਹਜੇ ਇਹਦਾ ਟਾਈਮ ਨਹੀਂ ਆਇਆ
ਤੇ ਉਹ ਜਦੋਂ ਬਾਹਰ ਆਉਂਦੇ ਆ ਤੇ ਬੱਚੇ ਦਾ ਜਨਮ ਵੀ ਹੋ ਜਾਂਦਾ ਹੈ। ਬਹੁਤੀ ਦੂਰ ਨਾ ਜਾਈਏ, 2-3 ਦਿਨ ਦੀ ਗੱਲ ਹੈ। ਡਾਕਟਰ ਨੇ ਆਖਿਆ ਨਹੀਂ ਹਜੇ ਸਮਾਂ ਹੈ ਬੱਚੇ ਦੇ ਜਨਮ ਨੂੰ। ਉਹਨੇ ਆਖਿਆ ਥੋੜਾ ਸਮਾਂ ਲੱਗੇਗਾ, ਪਰ ਪਤਾ ਲੱਗਾ ਵੀ ਚੰਦ ਮਿੰਟਾਂ ਵਿੱਚ ਬੱਚੇ ਦਾ ਜਨਮ ਵੀ ਹੋ ਗਿਆ। ਅਸੀਂ ਨਾ ਜਨਮ ਦਾ ਅੰਦਾਜ਼ਾ ਸਹੀ ਲਾ ਸਕਦੇ ਹਾਂ ਤੇ ਨਾ ਮਰਨ ਦਾ ਅੰਦਾਜ਼ਾ ਸਹੀ ਲਾ ਸਕਦੇ ਹਾਂ। ਪਤਾ ਹੀ ਨਹੀਂ ਕਿਹੜੇ ਪਲ ਵਿੱਚ ਉਹਦਾ ਫੁਰਮਾਨ ਜਾਰੀ ਹੋ ਜਾਣਾ, ਕਿਹੜੇ ਪਲ ਦੇ ਵਿੱਚ ਉਹਦਾ ਹੁਕਮ ਸਾਡੇ ਵਾਸਤੇ ਤੇ ਆਉਣਾ ਤੇ ਸਾਡਾ ਆਖਰੀ ਦਮ ਸਾਡੇ ਜੀਵਨ ਵਿੱਚੋਂ ਨਿਕਲਣਾ। ਇੱਥੇ ਵੀ ਕਿਸੇ ਬੰਦੇ ਦਾ ਜ਼ੋਰ ਨਹੀਂ ਚੱਲਦਾ। ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਨਾ ਜੀਵਨ ਦੇ ਵਿੱਚ ਜ਼ੋਰ ਤੇ ਨਾ ਮਰਨ ਦੇ ਵਿੱਚ ਜ਼ੋਰ ਹੈ। ਉਹਦੇ ਇੱਕ ਹੁਕਮ ਦੇ ਵਿੱਚ ਹੀ ਜਨਮ, ਇੱਕ ਹੁਕਮ ਦੇ ਵਿੱਚ ਹੀ ਮੌਤ ਹੈ। ਪਰ ਜਿਹੜੇ ਹੁਕਮ ਵਿੱਚ ਜਨਮ ਤੇ ਮੌਤ ਹੈ ਉਹਦਾ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਤਾਂ ਹੀ ਤੇ ਅਸੀਂ ਕਹਿੰਦੇ ਹਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਇਸ ਬੰਦੇ ਨੇ ਤੁਰ ਜਾਣਾ। ਅਸੀਂ ਕਹਿੰਦੇ ਹੁਣੇ ਤੇ ਮੇਰੇ ਨਾਲ ਚੰਗੀ ਭਲਾ ਗੱਲਾਂ ਕਰਦਾ ਪਿਆ ਸੀ, ਤੰਦਰੁਸਤ ਸੀ, ਪਤਾ ਨਹੀਂ ਕੀ ਹੋਇਆ। ਜਾਂ ਕਹਿੰਦੇ ਆ ਰਾਤ ਚੰਗਾ ਭਲਾ ਸੁੱਤਾ ਸੀ, ਸਵੇਰੇ ਉੱਠਿਆ ਹੀ ਕੋਈ ਨਹੀਂ। ਫਿਰ ਸਾਡੇ ਕੋਲ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਕਰਨ ਵਾਸਤੇ, ਪਰ ਮਹਾਰਾਜ ਕਹਿੰਦੇ ਪਤਾ ਹੀ ਕੋਈ ਨਹੀਂ ਹੈ। ਉਹਦਾ ਅਗਲਾ ਮੰਤ ਕੀ ਹੋਏਗਾ, ਉਹਦਾ ਅਗਲਾ ਉਪਦੇਸ਼ ਕੀ ਹੋਏਗਾ, ਉਹਦੇ ਮਨ ਵਿੱਚ ਕੀ ਮਨੋਰਥ ਹੈ, ਕੋਈ ਉਹਦਾ ਅੰਦਾਜ਼ਾ ਵੀ ਨਹੀਂ ਲਾ ਸਕਦਾ ਹੈ। ਅੰਤ ਨਾ ਜਾਪੈ ਕੀਤਾ ਆਕਾਰ। ਜੋ ਉਸ ਮਾਲਕ ਨੇ ਇਹ ਆਕਾਰ ਬਣਾਇਆ ਹੈ, ਜਿਹਦਾ ਆਪਣਾ ਕੋਈ ਆਕਾਰ ਨਹੀਂ, ਜਿਹਨੂੰ ਅਸੀਂ ਨਿਰੰਕਾਰ ਕਹਿੰਦੇ ਹਾਂ, ਉਸ ਨਿਰੰਕਾਰ ਨੇ ਜੋ ਇਸ ਕੁਦਰਤ ਨੂੰ ਸਾਜ ਕੇ ਆਕਾਰ ਬਣਾਇਆ ਹੈ, ਜੋ ਅਸੀਂ ਆਕਾਰ ਇਸ ਕੁਦਰਤ ਵਿੱਚ ਵੇਖ ਰਹੇ ਹਾਂ, ਕਹਿੰਦੇ ਉਹਦੇ ਕੀਤੇ ਹੋਏ ਅੰਕਾਰ ਦਾ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਇਹਦਾ ਮੁਕਾ ਕਿੱਥੇ ਜਾ ਕੇ ਹੋਏਗਾ। ਉਹਦਾ ਵੀ ਅੰਤ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਪਾਰਾਵਾਰ। ਉਹਦਾ ਅੰਤ ਕਿੱਥੇ ਹੈ ਇਹ ਕੋਈ ਅੰਦਾਜ਼ਾ ਨਹੀਂ, ਇਹ ਵੀ ਨਹੀਂ ਅੰਦਾਜ਼ਾ ਲਾਇਆ ਜਾ ਸਕਦਾ। ਪਾਰਾਵਾਰ ਦਾ ਮਤਲਬ ਹੁੰਦਾ ਹੈ ਪਰਲਾ ਕਿਨਾਰਾ, ਦੂਸਰਾ ਪਾਸਾ। ਇੱਕ ਪਾਸਾ ਸਾਨੂੰ ਨਜ਼ਰ ਆ ਰਿਹਾ ਹੈ ਸੰਸਾਰ ਦਾ, ਪਰ ਦੂਜਾ ਪਾਸਾ ਜਿਹੜਾ ਨਿਰੰਕਾਰ ਦਾ ਹੈ ਉਹ ਸਾਡੀ ਪਹੁੰਚ ਤੋਂ ਬਾਹਰ ਹੈ, ਉਹ ਸਾਡੀ ਸੋਚ ਤੋਂ ਬਾਹਰ ਹੈ। ਇਹ ਸਰੀਰ ਵਾਲਾ ਪਾਸਾ ਸਾਨੂੰ ਸਮਝ ਆ ਗਿਆ, ਸਰੀਰ ਦਾ ਇੱਕ ਇੱਕ ਜਿਹੜਾ ਉਹ ਕਣ ਸਾਨੂੰ ਸਮਝ ਵਿੱਚ ਆ ਗਿਆ ਕਿ ਇਹ ਚਮੜੀ ਕੀ ਹੈ, ਬਲੱਡ ਕੀ ਹੈ, ਨਾੜੀਆਂ ਕੀ ਨੇ, ਮਿੱਝ ਕੀ ਹੈ, ਸਾਰਾ ਕੁਝ, ਬਲੱਡ ਕੀ ਹੈ, ਉਹਦੇ ਵਿੱਚ ਸੈੱਲ ਕੀ ਹੈ, ਸਾਰੀਆਂ ਗੱਲਾਂ ਸਰੀਰ ਦੀਆਂ ਸਮਝ ਵਿੱਚ ਆ। ਜਿਹੜਾ ਹੱਡੀਆਂ ਦਾ ਢਾਂਚਾ ਹੈ ਨਾ, ਇਹ ਸਾਰਾ ਅੱਜ ਸਾਨੂੰ ਸਮਝ ਆ ਗਿਆ, ਪਰ ਜਿਹੜਾ ਇਸ ਹੱਡੀਆਂ ਦੇ ਢਾਂਚੇ ਦੇ ਪਰੇ ਬੈਠਾ ਚਲਾ ਰਿਹਾ ਹੈ ਉਹਦੀ ਸਾਨੂੰ ਸਮਝ ਨਹੀਂ ਹੈ। ਸਰੀਰ ਦੀ ਸਾਨੂੰ ਸਮਝ ਹੈ, ਪਰ ਜਿੱਥੇ ਜਿੰਦ ਬੈਠੀ ਹੈ ਉਹਦੀ ਸਾਨੂੰ ਸਮਝ ਨਹੀਂ। ਉਹ ਦੂਸਰਾ ਪਾਸਾ ਹੈ ਜਿਹਨੂੰ ਸਮਝਣ ਵਾਸਤੇ ਅਸੀਂ ਗੁਰਬਾਣੀ ਦਾ ਆਸਰਾ ਲੈਣਾ ਹੈ, ਪਰ ਕਹਿੰਦੇ ਉਹਦਾ ਅੰਤ ਨਹੀਂ ਕਿਸੇ ਨੇ ਪਾਇਆ। ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ, ਕਹਿੰਦੇ ਜਿੱਥੇ ਉਹਦੇ ਹੁਕਮ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਜਿੱਥੇ ਉਹਦੇ ਆਕਾਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉੱਥੇ ਇਹ ਵੀ ਨਹੀਂ ਜਾਪਿਆ ਜਾ ਸਕਦਾ, ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹਦਾ ਦੂਸਰਾ ਕਿਨਾਰਾ ਕਿੱਥੇ ਜਾ ਕੇ ਮੁੱਕਣਾ ਹੈ, ਉਹਦਾ ਦੂਸਰਾ ਪਾਸਾ ਕਿੱਥੇ ਜਾ ਕੇ ਮੁੱਕਣਾ ਹੈ। ਅਸੀਂ ਤੇ ਇੱਕ ਪਾਸੇ ਨੂੰ ਵੇਖ ਰਹੇ ਹਾਂ, ਦੂਜਾ ਪਾਸਾ ਨਜ਼ਰ ਨਹੀਂ ਆਉਂਦਾ। ਸੰਸਾਰ ਦਿਸਦਾ, ਨਿਰੰਕਾਰ ਨਹੀਂ ਦਿਸਦਾ। ਇਸ ਲਈ ਸਾਹਿਬ ਕਹਿੰਦੇ ਨੇ ਉਹ ਪਾਰਾਵਾਰ ਹੈ, ਉਹ ਪਰੇ ਤੋਂ ਵੀ ਪਰੇ ਹੈ, ਜਿਹਦਾ ਦੂਸਰਾ ਪਾਸਾ ਸਾਡੀ ਪਹੁੰਚ ਤੋਂ ਪਰੇ ਹੈ, ਜਿਹਦਾ ਅੰਦਾਜ਼ਾ ਲਾ ਕੇ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਕਾਰਨ ਕੀਤੇ ਬਿਲ ਲਾਹੇ। ਕਹਿੰਦੇ ਕਈ ਜਿਹੜੇ ਨੇ ਨਾ ਬਿਲ ਲਾਹੇ, ਕਈ ਤੜਪ ਰਹੇ ਨੇ, ਵਿਲਕ ਰਹੇ ਨੇ, ਕਈ ਜਿਹੜੇ ਨੇ ਉਹ ਤਰਲੇ ਲੈ ਰਹੇ ਨੇ ਵੀ ਕਿਸੇ ਵੀ ਤਰ੍ਹਾਂ ਅਸੀਂ ਉਹਦਾ ਅੰਤ ਜਿਹੜਾ ਉਹ ਪਾ ਸਕੀਏ। ਅੱਜ ਵਿਗਿਆਨਕ ਤਲ ਉੱਤੇ ਨਿਤ ਨਵੀਂ ਸਰਚ ਹੋ ਰਹੀ ਹੈ, ਨਿਤ ਨਵੀਂ ਸਰਚ ਜਿਹੜੀ ਆ ਉਹ ਹੋ ਰਹੀ ਹੈ ਸਰੀਰਕ ਤਲ ਦੇ ਉੱਤੇ, ਪਰ ਇਸ ਸਰੀਰ ਨੂੰ ਚਲਾਉਣ ਵਾਲਾ ਅੰਦਰ ਕਿੱਥੇ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਹਦਾ ਕੋਈ ਹੱਦ ਬੰਨਾ ਨਹੀਂ ਲੱਭਿਆ ਜਾ ਸਕਦਾ।
ਇਸੇ ਨੂੰ ਪਾਉਣ ਵਾਸਤੇ ਕਈ ਜਿਹੜੇ ਨੇ ਕਈ ਤਰ੍ਹਾਂ ਦੀਆਂ ਜੁਗਤੀਆਂ ਬਣਾ ਕੇ ਵਿਲਕ ਰਹੇ ਨੇ, ਤੜਪ ਰਹੇ ਨੇ ਕਿ ਸਾਨੂੰ ਕੋਈ ਐਸਾ ਨੁਕਤਾ ਮਿਲ ਜਾਏ ਜਿਹਦੇ ਨਾਲ ਅਸੀਂ ਉਸ ਪਰਵਤਗਾਰ ਤੱਕ ਪਹੁੰਚ ਕੇ ਉਹਦਾ ਅੰਤ ਪਾ ਸਕੀਏ। ਜਾਂ ਆਪਣੇ ਹੀ ਆਪਾਂ ਜੀਵਨ ਦੀ ਗੱਲ ਕਰੀਏ, ਜਿਉ ਪਾਏ ਪਿੰਡ ਜਿਨ ਸਾਜਿਆ, ਉਹਨੇ ਪਿੰਡਾ ਜਿਹੜਾ ਸਾਜਿਆ, ਚਲੋ ਇਹ ਤੇ ਸਮਝ ਆ ਗਈ ਸਾਨੂੰ, ਪਰ ਜਿਹੜੇ ਜਿਉ ਪਾਏ, ਜਿਹੜੀ ਅੰਦਰ ਜਿੰਦ ਨੂੰ ਪਾ ਕੇ ਪਿੰਡਾ ਸਾਜਿਆ, ਉਹ ਜਿੰਦ ਦੀ ਹੀ ਸਾਨੂੰ ਸਮਝ ਨਹੀਂ ਆ ਰਹੀ, ਉਹ ਜਿੰਦ ਤੱਕ ਹੀ ਸਾਡੀ ਪਹੁੰਚ ਨਹੀਂ ਹੋ ਰਹੀ। ਬੜੇ ਤੜਪ ਰਹੇ ਨੇ, ਬੜੇ ਜਿਹੜੇ ਆ ਉਹ ਵਿਰਲਾਪ ਕਰ ਰਹੇ। ਹੁਣ ਕਿਹੜੇ ਕਿਹੜੇ ਨੇ? ਸੰਨਿਆਸੀ ਆਪਣੀ ਜਗ੍ਹਾ ਲੱਗੇ ਹੋਏ, ਬ੍ਰਹਮਚਾਰੀ ਆਪਣੀ ਜਗ੍ਹਾ ਲੱਗੇ ਹੋਏ, ਯੋਗੀ ਆਪਣੀ ਜਗ੍ਹਾ ਤੇ ਲੱਗੇ ਹੋਏ ਨੇ। ਇਹ ਵੱਖ-ਵੱਖ ਜਿੰਨੇ ਵੀ ਧੜੇ ਸੰਸਾਰ ਵਿੱਚ ਬਣੇ, ਇਹ ਸਾਰੇ ਹੀ ਤੜਪ ਰਹੇ ਨੇ ਕਿ ਕਿਸੇ ਤਰ੍ਹਾਂ ਉਸ ਜਿੰਦ ਤੱਕ ਪਹੁੰਚ ਕੇ ਉਹਦਾ ਅੰਤ ਪਾਇਆ ਜਾ ਸਕੇ, ਉਹਦਾ ਅਖੀਰ ਲੱਭਿਆ ਜਾ ਸਕੇ। ਕਈਆਂ ਨੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ, ਕਈ ਕਹਿੰਦੇ ਅਸੀਂ ਭੁੱਖੇ ਰਹਿ ਕੇ ਸਮਝਣ ਦਾ ਯਤਨ ਕਰਾਂਗੇ ਉਹ ਕਿੱਥੇ ਵਸਦਾ ਹੈ। ਕਈ ਕਹਿੰਦੇ ਅਸੀਂ ਤਾਂ ਭੂਤੀ ਤਲ ਤੇ ਮੱਲ ਕੇ ਕੰਨਾਂ 'ਚ ਮੁੰਦਰਾਂ ਪਾ ਕੇ ਅਸੀਂ ਜੋਗੀ ਬਣ ਕੇ ਉਹਨੂੰ ਲੱਭਣ ਦਾ ਯਤਨ ਕਰਾਂਗੇ। ਕਈ ਇਸ ਤਰ੍ਹਾਂ ਤੜਪਦੇ ਪਏ ਨੇ। ਕਈ ਜਿਹੜੇ ਨੇ ਉਹ ਬ੍ਰਹਮਚਾਰੀ ਦੇ ਰੂਪ ਵਿੱਚ, ਕਈ ਸੰਨਿਆਸੀ ਦੇ ਰੂਪ ਵਿੱਚ, ਕਈ ਜੋਗੀਆਂ ਦੇ ਰੂਪ ਵਿੱਚ। ਕਿੰਨੇ ਜੋਗੀਆਂ ਦੇ ਹੀ ਅੱਗੋਂ 12 ਫਿਰਕੇ ਨੇ, ਕਿੰਨੇ ਅੱਗੋਂ ਫਿਰਕੇ ਬਣ ਗਏ, ਪਰ ਸਾਰੇ ਹੀ ਵਿਲਕਦੇ ਤੜਪਦੇ ਨੇ ਕਿ ਕਿਸੇ ਤਰ੍ਹਾਂ ਉਸ ਮਾਲਕ ਦਾ ਅੰਤ ਪਾਇਆ ਜਾ ਸਕੇ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਆਪਣੇ ਆਪਣੇ ਤਲ ਉਤੇ ਤੁਸੀਂ ਯਤਨ ਕਰਦੇ ਰਹੋ, ਪਰ ਸੱਚ ਤਾਂ ਇਹ ਹੈ ਕਿ ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਹਾਂ, ਉਹਦੀ ਕਿਰਪਾ ਨਾਲ ਸਮਾਇਆ ਜਾ ਸਕਦਾ ਹੈ, ਅੰਤ ਨਹੀਂ। ਜਿਵੇਂ ਇੱਕ ਦਿਨ ਆਪ ਜੀ ਨਾਲ ਸਾਂਝ ਪਾਈ ਸੀ ਕਿ ਛੋਟਾ ਜਿਹਾ ਬੱਚਾ ਇੱਕ ਭਾਂਡਾ ਲੈ ਕੇ ਸਮੁੰਦਰ ਦੇ ਕਿਨਾਰੇ ਤੇ ਬੈਠਾ ਹੈ। ਕੋਲੋਂ ਦੀ ਇੱਕ ਸੂਝਵਾਨ ਵਿਅਕਤੀ ਲੰਘਿਆ। ਉਹਨੇ ਆਖਿਆ, ਬੱਚਿਆ ਤੂੰ ਬੜੇ ਚਿੰਤਤ ਹੋ ਕੇ ਬੈਠਾ ਹੈ, ਬੜੀ ਗਹਿਰੀ ਸੋਚ ਵਿੱਚ ਬੈਠਾ ਹੈ, ਕੀ ਗੱਲ? ਕਹਿੰਦੇ ਸੋਚ ਤਾਂ ਵਾਕਈ ਬੜੀ ਗਹਿਰੀ ਹੈ ਕਿ ਮੈਂ ਇਸ ਭਾਂਡੇ ਵਿੱਚ ਪੂਰਾ ਸਮੁੰਦਰ ਲਿਆਉਣਾ ਚਾਹੁੰਦਾ ਹਾਂ। ਉਹਨਾਂ ਆਖਿਆ, ਬੱਚਿਆ ਇੱਕ ਗੱਲ ਧਿਆਨ ਨਾਲ ਸਮਝ ਲੈ, ਸਮੁੰਦਰ ਬਹੁਤ ਵੱਡਾ ਹੈ ਤੇ ਤੇਰਾ ਭਾਂਡਾ ਬੜਾ ਛੋਟਾ ਹੈ। ਤੇਰੇ ਇਸ ਛੋਟੇ ਭਾਂਡੇ ਵਿੱਚ ਇੰਨਾ ਵੱਡਾ ਸਮੁੰਦਰ ਨਹੀਂ ਆ ਸਕੇਗਾ। ਤੂੰ ਜਿੰਨੇ ਮਰਜ਼ੀ ਸਾਲ ਇੱਥੇ ਬੈਠ ਕੇ ਸੋਚੀ ਜਾ, ਪਰ ਸੱਚ ਤਾਂ ਇਹ ਹੈ ਕਿ ਤੇਰੀਆਂ ਵੱਖ-ਵੱਖ ਸਿਆਣਪਾਂ ਜੁਗਤੀਆਂ ਦੇ ਨਾਲ ਤੂੰ ਸਮੁੰਦਰ ਨੂੰ ਭਾਂਡੇ ਵਿੱਚ ਨਹੀਂ ਲਿਆ ਸਕਦਾ। ਜਦੋਂ ਇੰਨੀ ਗੱਲ ਕਹੀ ਤੇ ਬੱਚੇ ਨੇ ਭਾਂਡਾ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਉਹ ਵਿਅਕਤੀ ਜਿਹੜਾ ਸੂਝਵਾਨ ਸੀ, ਉਹਨੇ ਆਖਿਆ, ਲੱਗਦਾ ਬੱਚੇ ਨੇ ਮੇਰੀ ਗੱਲ ਦਾ ਗੁੱਸਾ ਕਰ ਲਿਆ। ਗੁੱਸਾ ਕਰਕੇ ਇਹਨੇ ਭਾਂਡਾ ਸੁੱਟ ਦਿੱਤਾ। ਉਹਨਾਂ ਆਖਿਆ, ਨਹੀਂ, ਮੈਂ ਭਾਂਡਾ ਗੁੱਸੇ ਵਿੱਚ ਆ ਕੇ ਨਹੀਂ ਸੁੱਟਿਆ, ਤੁਹਾਡੀਆਂ ਗੱਲਾਂ ਨੂੰ ਸਮਝ ਕੇ ਸਮੁੰਦਰ ਵਿੱਚ ਭਾਂਡਾ ਸੁੱਟਿਆ। ਕਿਉਂ? ਕਹਿੰਦੇ ਮੈਨੂੰ ਸਮਝ ਆ ਗਈ ਕਿ ਜੇ ਭਾਂਡੇ ਵਿੱਚ ਸਮੁੰਦਰ ਨਹੀਂ ਆ ਸਕਦਾ ਤੇ ਇਸ ਸਮੁੰਦਰ ਵਿੱਚ ਭਾਂਡਾ ਤੇ ਸਮਾ ਸਕਦਾ ਨਾ। ਅਸੀਂ ਉਸ ਸਮੁੰਦਰ, ਉਹ ਵਿਸ਼ਾਲ ਸਮੁੰਦਰ ਹੈ ਪਰਮੇਸ਼ਵਰ, ਉਹਦਾ ਅੰਤ ਨਹੀਂ। ਆ ਬਾਹਰ ਦੇ ਸਮੁੰਦਰ ਤੇ ਆਪਾਂ ਨੂੰ ਪਾਰ ਕਰਨੇ ਆ ਗਏ, ਇੱਕ ਸਮੁੰਦਰ ਤੋਂ ਇੱਧਰਲੇ ਕਿਨਾਰੇ ਦੂਜੇ ਕਿਨਾਰੇ ਕਿਵੇਂ ਜਾਣਾ ਹੈ, ਇਹ ਤੇ ਸਾਡੇ ਕੋਲ ਜੁਗਤੀ ਹੈ। ਪਰ ਉਹ ਜਿਹੜਾ ਵਿਸ਼ਾਲ ਰੂਪੀ ਪਰਮੇਸ਼ਵਰ ਸਮੁੰਦਰ ਰੂਪ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਵਿੱਚ ਅਸੀਂ ਸਮਾਉਣ ਲਈ ਗੁਰਬਾਣੀ ਦਾ ਅਭਿਆਸ ਕਰਨਾ ਹੈ। ਨਹੀਂ ਤਾਂ ਮਹਾਰਾਜ ਜੀ ਕਹਿੰਦੇ, ਅੰਤ ਕਾਰਨ ਕੇਤੇ ਬਿਲ ਲਾਹੇ। ਤੜਪ ਰਹੇ ਨੇ ਕਈ, ਵੱਖ-ਵੱਖ ਆਪਣੇ ਦਿਮਾਗ ਕਰਕੇ ਜੁਗਤੀਆਂ ਬਣਾ ਰਹੇ ਨੇ ਕਿ ਕਿਸੇ ਪ੍ਰਕਾਰ ਕੁਦਰਤ ਤੇ ਕੁਦਰਤ ਨੂੰ ਸਾਜਣ ਵਾਲੇ ਦਾ ਅੰਤ ਪਾਇਆ ਜਾ ਸਕੇ। ਪਰ ਸਾਹਿਬ ਕਹਿੰਦੇ ਨਹੀਂ, ਕਈ ਤੜਪਦੇ ਦੁਨੀਆ ਤੋਂ ਚਲੇ ਗਏ, ਕਈ ਚਲੇ ਜਾਣਗੇ, ਪਰ ਉਹਦਾ ਕੋਈ ਅਖੀਰ ਹੱਦ ਬੰਨਾ ਨਹੀਂ ਪਾ ਸਕਦਾ। ਤਾਕੇ ਅੰਤ ਨਾ ਪਾਏ ਜਾਹੇ। ਕਿਉਂ ਨਹੀਂ ਪਾ ਸਕਦਾ? ਕਿਉਂਕਿ ਉਹਦਾ ਕੋਈ ਅੰਤ ਜਿਹੜਾ ਉਹ ਪਾਇਆ, ਸਾਡੀ ਮਤ ਅਨੁਸਾਰ, ਸੋਚ ਮੁਤਾਬਕ, ਸਾਡੀ ਚਤੁਰਾਈਆਂ ਚਲਾਕੀਆਂ ਸਿਆਣਪ ਦੇ ਮੁਤਾਬਕ। ਇਹ ਵੀ ਆਪਾਂ ਗੱਲ ਕਲੀਅਰ ਕਰਕੇ ਆ ਚੁੱਕੇ ਹਾਂ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਲੱਖਾਂ ਸਿਆਣਪਾਂ ਚਤੁਰਾਈਆਂ ਚਲਾਕੀਆਂ ਸਾਡੇ ਕੋਲ ਹੋਣ, ਪਰ ਉਹਦੇ ਤੱਕ ਪਹੁੰਚਣ ਲਈ ਇੱਕ ਵੀ ਸਾਡੇ ਕੰਮ ਨਹੀਂ ਆਉਣੀ।
ਇਹ ਸਭ ਕੁਝ ਛੱਡ ਕੇ ਉਸ ਰਾਹ ਤੁਰਨਾ ਪੈਣਾ ਹੈ। ਇਸ ਲਈ ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਇਹ ਅੰਤ ਨਾ ਜਾਣੈ ਕੋਏ। ਪੁੱਛਿਆ ਧੰਨ ਗੁਰੂ ਨਾਨਕ ਸਾਹਿਬ ਜੀ ਕਿਉਂ ਨਹੀਂ ਪਾਇਆ ਜਾ ਸਕਦਾ? ਮਹਾਰਾਜ ਜੀ ਕਹਿੰਦੇ ਇਹ ਅੰਤ ਨਾ ਜਾਣੈ ਕੋਏ। ਕੋਈ ਉਹਦਾ ਅਖੀਰ, ਕੋਈ ਉਹਦਾ ਅੰਤ ਨਹੀਂ ਜਾਣਦਾ। ਕੋਈ ਵੀ ਉਹਦਾ ਅੰਤ ਜਿਹੜਾ ਉਹ ਜਾਣਦਾ ਹੀ ਨਹੀਂ ਹੈ। ਬਹੁਤਾ ਕਹੀਐ ਬਹੁਤਾ ਹੋਏ। ਜਿਨ੍ਹਾਂ ਨੇ ਵੀ ਬ੍ਰਹਮ ਗਿਆਨ ਲੈ ਕੇ ਉਹਦੇ ਬਾਰੇ ਆਖਣਾ ਸ਼ੁਰੂ ਕੀਤਾ, ਬਹੁਤਾ ਆਖਿਆ, ਤੇ ਜਦੋਂ ਬਹੁਤਾ ਉਹਦੇ ਬਾਰੇ ਆਖਿਆ ਤੇ ਉਹ ਜਿੱਥੇ ਆ ਕੇ ਰੁਕੇ ਉੱਥੇ ਫਿਰ ਅੱਗੇ ਹੋਰ ਰਸਤਾ ਬਣ ਗਿਆ। ਉਹਨਾਂ ਆਖਿਆ ਨਹੀਂ, ਜਿੰਨਾ ਅਸੀਂ ਬਹੁਤਾ ਹੁਣ ਤੱਕ ਆਖ ਕੇ ਆਏ ਆ, ਉਹਦੇ ਗੁਣ ਗਾ ਕੇ ਆਏ ਆ, ਉਹਦੇ ਗੁਣਾਂ ਦਾ ਵਖਿਆਨ ਕਰਕੇ ਆਏ ਆ, ਪਤਾ ਲੱਗਾ ਵੀ ਇਹ ਤੇ ਅੱਗੋਂ ਉਨਾ ਬਹੁਤਾ ਹੋਰ ਅੱਗੇ ਹੈ। ਜਿੰਨਾ ਅਸੀਂ ਕਿਹਾ ਨਾ ਵੀ ਅਸੀਂ ਬਹੁਤ ਗੁਣ ਗਾ ਲਏ ਉਸ ਮਾਲਕ ਦੇ, ਕਹਿਣ ਲੱਗੇ ਨਹੀਂ, ਜਿੰਨੇ ਗਾਏ ਨੇ ਉਹਦੇ ਤੋਂ ਕਈ ਗੁਣਾ ਤੇ ਹੋਰ ਅੱਗੇ ਪਏ ਨੇ। ਬਹੁਤਾ ਕਹੀਏ ਬਹੁਤਾ ਹੋਏ। ਜਿੰਨਾ ਬਹੁਤਾ ਉਹਦੇ ਗੁਣਾਂ ਦਾ ਵਖਿਆਨ ਕਰਾਂਗੇ ਉਹਦੇ ਨਾਲੋਂ ਕਈ ਗੁਣਾ ਹੋਰ ਗੁਣ ਉਹਦੇ ਮੌਜੂਦ ਨੇ, ਜਿਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਵੱਡਾ ਸਾਹਿਬ ਉੱਚਾ ਥਾਓ। ਉਹ ਸਭ ਤੋਂ ਵੱਡਾ ਹੈ ਔਰ ਉਹਦਾ ਜਿਹੜਾ ਥਾਂ ਹੈ ਉਹ ਵੀ ਸਭ ਤੋਂ ਵੱਡਾ ਹੈ। ਸਭ ਤੋਂ ਉੱਚੇ ਥਾਂ ਉੱਤੇ ਸਭ ਤੋਂ ਵੱਡਾ। ਤਾਂ ਹੀ ਤੇ ਆਖਿਆ ਸੀ ਦੁਨੀਆ ਵਿੱਚ ਨਾ ਵਡੇਰੇ ਬਣਾ ਲਏ, ਜਠੇਰੇ ਬਣਾ ਲਏ। ਅਸੀਂ ਇੱਕ ਅਕਾਲ ਪੁਰਖ ਨੂੰ ਭੁਲਾ ਕੇ ਵਡੇਰੇ ਤੇ ਜਠੇਰੇ ਹੀ ਬਣਾ ਕੇ ਜੁੜ ਗਏ। ਅਸੀਂ ਆਪ ਤਾਂ ਜੁੜੇ ਹੀ ਜੁੜੇ, ਅੱਗੋਂ ਪਰਿਵਾਰ ਨੂੰ ਵੀ ਅਸੀਂ ਜਿਹੜਾ ਸੀ ਉਹ ਵਡੇਰੇ ਤੇ ਜਠੇਰੇ ਨਾਲ ਹੀ ਜੋੜਿਆ। ਤੇ ਜੇ ਕਿਸੇ ਬੱਚੇ ਨੇ ਪੁੱਛ ਲਿਆ ਨਾ, ਬਾਪੂ ਜੀ ਇਹ ਵਡੇਰੇ ਤੇ ਜਠੇਰੇ ਜਿਹੜੇ ਨੇ ਇਹਦੀ ਸ਼ੁਰੂਆਤ ਕਿੱਥੋਂ ਹੋਈ ਸੀ, ਤੇ ਸੱਚ ਜਾਣਿਓ ਬਾਪੂ ਜੀ ਦੇ ਬਾਪੂ ਜੀ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਣਗੇ, ਕਿਉਂਕਿ ਪਤਾ ਹੀ ਕੋਈ ਨਹੀਂ। ਅਸੀਂ ਚੱਲਿਆ ਆ ਰਿਹਾ ਕਿ ਆ ਸਾਡੇ ਵਡੇਰੇ, ਆ ਸਾਡੇ ਜਠੇਰੇ, ਉਹ ਤੁਰਿਆ ਆ ਰਿਹਾ ਸਿਸਟਮ ਅੱਗੋਂ ਅੱਗੋਂ, ਬਸ ਉਸੇ ਤਰ੍ਹਾਂ ਤੁਰਿਆ ਆ ਰਿਹਾ। ਪਰ ਇਹ ਸ਼ੁਰੂਆਤ ਕਿੱਥੋਂ ਹੋਈ, ਕਦੋਂ ਹੋਈ, ਕਿੱਦਾਂ ਹੋਈ, ਕਿਸੇ ਨੂੰ ਵੀ ਨਹੀਂ ਪਤਾ। ਬਸ ਅਸੀਂ ਜੁੜੇ ਹੋਏ ਹਾਂ। ਸਭ ਕਹਿੰਦੇ ਤੂੰ ਉਹਦੇ ਨਾਲ ਜੁੜ ਜਿਹੜਾ ਸਭ ਤੋਂ ਵੱਡਾ ਹੈ, ਜਿਸ ਤੋਂ ਸਾਨੂੰ ਜੁੜਨ ਲਈ ਵੀ ਇਹੀ ਆਖਿਆ ਸੀ, ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨੇ ਵੰਨ। ਜੇਠ ਦਾ ਅਰਥ ਕੀ ਸੀ? ਵੱਡਾ। ਕਹਿੰਦੇ ਤੂੰ ਉਹਦੇ ਅੱਗੇ ਜੁੜ ਜਿਹੜਾ ਸਭ ਤੋਂ ਵੱਡਾ ਹੈ। ਤਾਂ ਹੀ ਤੇ ਸਾਨੂੰ ਇੱਕ ਖਾਲਸ ਰੂਪ ਦਿੱਤਾ ਸੀ, ਸਾਡੀ ਚਾਲ ਨਿਰਾਲੀ ਕੀਤੀ ਸੀ। ਤਾਂ ਹੀ ਤੇ ਲੋਕ ਕਹਿੰਦੇ ਆ ਵੀ ਆਹ ਜਿਹੜਾ ਗੁਰੂ ਕਾ ਖਾਲਸਾ ਹੈ ਇਹ ਕਿਸੇ ਅੱਗੇ ਨਹੀਂ ਝੁਕਦਾ, ਨਾ ਮੜੀ ਨਾ ਮਸਾਣ ਨਾ ਦੇ ਅੱਗੇ। ਕਿਉਂ? ਕਿਉਂਕਿ ਇਹਦੀ ਚਾਲ ਨਿਰਾਲੀ ਕੀਤੀ ਹੈ। ਇਹਨੂੰ ਨਿਰਾਲਾ ਸੰਸਾਰ ਦੇ ਵਿੱਚ ਵੱਖਰਾ ਰੱਖਿਆ, ਕਿ ਅੰਦਰੋਂ ਤੇ ਬਾਹਰੋਂ ਇਹਨੂੰ ਖਾਲਸ ਕਰਕੇ ਅਕਾਲ ਪੁਰਖ ਨਾਲ ਜੋੜਿਆ ਗਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਪਰਮੇਸ਼ਵਰ ਬਹੁਤ ਵੱਡਾ ਹੈ ਔਰ ਉਹਦਾ ਥਾਂ ਵੀ ਬਹੁਤ ਉੱਚਾ ਹੈ, ਜਿਸ ਉਚਾਈ ਤੱਕ ਅਸੀਂ ਨਹੀਂ ਪਹੁੰਚ ਸਕਦੇ। ਚੰਦਰਮਾ ਤੱਕ ਤੇ ਪਹੁੰਚ ਗਏ ਹਾਂ, ਹੁਣ ਸੂਰਜ ਤੱਕ ਕੌਣ ਪਹੁੰਚੇਗਾ? ਚੰਦਰਮਾ ਤੇ ਠੰਡਾ ਹੈ, ਪਹੁੰਚ ਗਏ, ਪਰ ਸੂਰਜ ਤੇ ਅੱਗ ਦਾ ਗੋਲਾ ਹੈ, ਉਹ ਤੇ ਅੱਗ ਜਿਹੜਾ ਵੀ ਪਹੁੰਚੇਗਾ ਸੜ ਕੇ ਸਵਾਹ ਹੋ ਜਾਏਗਾ। ਚਲੋ ਇੱਕ ਦਿਨ ਜੁਗਤੀ ਲੱਭ ਵੀ ਲਾਂਗੇ, ਪਹੁੰਚ ਵੀ ਜਾਾਂਗੇ, ਪਰ ਉਸ ਸੂਰਜ ਨੂੰ ਬਣਾਉਣ ਵਾਲੇ ਤੱਕ ਕਿਵੇਂ ਪਹੁੰਚਾਂਗੇ? ਕਿਉਂਕਿ ਉਹ ਤੇ ਭਾਨ, ਉਹ ਤੇ ਸੂਰਜਾਂ ਦਾ ਵੀ ਸੂਰਜ ਹੈ। ਇੱਕ ਦਿਨ ਜਦੋਂ ਅਸੀਂ ਪਿਛੋਕੜ ਵਿੱਚ ਚਲੇ ਜਾਈਏ ਨਾ, ਇੱਕ ਦਿਨ ਬੰਦਾ ਚੰਦਰਮਾ ਤੇ ਸੋਚਦਾ ਸੀ ਵੀ ਕਦੇ ਉੱਥੇ ਵੀ ਕੋਈ ਬੰਦਾ ਪਹੁੰਚ ਸਕਦਾ ਹੈ। ਅੱਜ ਅਸੀਂ ਕਹਿੰਦੇ ਹਾਂ ਪਹੁੰਚ ਸਕਦਾ ਹੈ, ਕਿਉਂਕਿ ਅਸੀਂ ਪਹੁੰਚ ਕੇ ਵਿਖਾ ਦਿੱਤਾ। ਅੱਜ ਅਸੀਂ ਕਹਿੰਦੇ ਹਾਂ ਵੀ ਸੂਰਜ ਤੱਕ ਵੀ ਕੋਈ ਪਹੁੰਚ ਸਕਦਾ ਹੈ, ਬੜਾ ਔਖਾ ਹੈ। ਪਰ ਆਉਣ ਵਾਲੇ ਸਾਲਾਂ ਵਿੱਚ ਹੋ ਸਕਦਾ ਹੈ ਕੋਈ ਨਵੀਂ ਤਕਨੀਕ ਆ ਜਾਏ, ਕੋਈ ਨਵੀਂ ਜੁਗਤੀ ਆ ਜਾਏ, ਸੂਰਜ ਤੱਕ ਵੀ ਪਹੁੰਚਿਆ ਜਾ ਸਕਦਾ ਹੈ। ਪਰ ਜਿਹੜਾ ਭਾਨ ਸੂਰਜਾਂ ਦਾ ਸੂਰਜ ਹੈ, ਉਹਦੇ ਤੱਕ ਪਹੁੰਚਣਾ ਸਾਡੇ ਵੱਸ ਦੀ ਗੱਲ ਨਹੀਂ, ਉਹਦੀ ਕਿਰਪਾ ਮਿਹਰ ਤੋਂ ਬਿਨਾਂ। ਇਸ ਲਈ ਸਾਹਿਬ ਜੀ ਕਹਿੰਦੇ ਉਹ ਬਹੁਤ ਵੱਡਾ ਹੈ ਔਰ ਉਹਦਾ ਥਾਂ ਵੀ ਜਿਹੜਾ ਹੈ ਉਹ ਬਹੁਤ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ। ਉਹ ਜਿਹੜਾ ਵੱਡਾ ਔਰ ਉੱਚੇ ਆਸਨ ਤੇ ਬੈਠਾ ਹੋਇਆ ਕਹਿੰਦੇ ਪਰਮੇਸ਼ਵਰ ਹੈ ਨਾ, ਉਹਦੇ ਤੋਂ ਵੀ ਉੱਚਾ ਉਹਦਾ ਨਾਮਣਾ ਹੈ। ਪਰਮੇਸ਼ਵਰ ਨੂੰ ਤੇ ਕਿਸੇ ਨੇ ਨਹੀਂ ਨਾ ਵੇਖਿਆ,
ਅਕਾਲ ਪੁਰਖ ਜਿਹਦਾ ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਹੈ। ਅਸੀਂ ਉਹਦੇ ਨਾਲ ਕਿਸ ਆਧਾਰ ਤੇ ਜੁੜ ਰਹੇ ਹਾਂ? ਉਹਦੇ ਨਾਮਣੇ ਕਰਕੇ। ਜਿਹੜਾ ਉਹਦਾ ਨਾਮਣਾ ਹੈ, ਉਹਦੇ ਗੁਣ ਨੇ, ਉਹਦੀਆਂ ਵਡਿਆਈਆਂ ਨੇ, ਉਹਦੀਆਂ ਸਿਫਤਾਂ ਨੇ। ਅਸੀਂ ਉਹਦੀ ਸਿਫਤਾਂ, ਉਹਦੇ ਗੁਣ, ਉਹਦੀ ਵਡਿਆਈਆਂ ਦੇ ਆਧਾਰ ਤੇ ਉਹਦੇ ਨਾਲ ਜੁੜੇ ਹਾਂ। ਤੇ ਜਿਹਦੇ ਨਾਲ ਜੁੜੇ ਹਾਂ, ਇਸ ਕਰਕੇ ਉਹਦਾ ਨਾਮਣਾ ਵੀ ਉਹ ਸਭ ਤੋਂ ਉੱਚਾ ਹੈ, ਜਿਹਦੇ ਆਧਾਰ ਤੇ ਅਸੀਂ ਪਰਮੇਸ਼ਵਰ ਤੱਕ ਪਹੁੰਚਣਾ। ਸਾਹਿਬ ਕਹਿੰਦੇ ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਵੱਡ ਉੱਚਾ ਹੋਵੇ ਕੋਏ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ। ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ, ਉੱਚਾ ਨਾਮ। ਉਹਦੇ ਉਸ ਉੱਚੇ ਤੋਂ ਵੀ ਉੱਪਰ ਉਹਦਾ ਨਾਮਣਾ, ਉਹਦੀਆਂ ਵਡਿਆਈਆਂ ਨੇ। ਸਾਹਿਬ ਕਹਿੰਦੇ ਏਵਡ ਉੱਚਾ, ਜਿੰਨਾ ਉਹ ਅਕਾਲ ਪੁਰਖ ਪਰਮੇਸ਼ਵਰ ਤੇ ਉਹਦਾ ਨਾਮਣਾ ਉੱਚਾ ਹੈ ਨਾ, ਏਵਡ ਉੱਚਾ ਹੋਵੇ ਕੋਈ। ਕੋਈ ਇਹਦੇ ਵਰਗਾ, ਇੰਨੀ ਬਰਾਬਰੀ ਤੇ ਪਹੁੰਚਣ ਵਾਲਾ ਹੋਵੇ। ਕੋਈ ਇੰਨਾ ਉੱਚਾ ਸੰਸਾਰ ਦੇ ਵਿੱਚ ਜੇ ਕੋਈ ਹੋਣਾ ਕਰੇ। ਇਸ ਉੱਚੇ ਕੋ ਜਾਣੈ ਸੋਏ। ਤਾਂ ਉਸ ਉੱਚੇ ਅਕਾਲ ਪੁਰਖ ਪਰਮੇਸ਼ਵਰ ਨੂੰ ਜਾਣਿਆ ਜਾ ਸਕਦਾ ਹੈ। ਪਰ ਦੁਨੀਆ ਵਿੱਚ ਝਾਤ ਮਾਰੋ, ਕੌਣ ਹੈ ਜਿਹੜਾ ਉਹਦੀ ਬਰਾਬਰੀ ਕਰਨ ਵਾਲਾ ਹੋਵੇ? ਅਸੀਂ ਪਿਛਲੇ ਦਿਨ ਵੀ ਸ਼ਾਇਦ ਪਰਸੋਂ ਜ਼ਿਕਰ ਕੀਤਾ ਸੀ ਤੁਹਾਡੇ ਨਾਲ ਕਿ ਅਸੀਂ ਤੇ ਥਾਂ ਥਾਂ ਤੇ ਰੱਬ ਬਣਾ ਕੇ ਬਿਠਾ ਕੇ, ਉਹਨਾਂ ਦੇ ਆਸਣ ਲਵਾ ਕੇ ਤੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਜਾ ਡਿੱਗਦੇ ਹਾਂ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਕੁਝ ਹੋਰ ਕਹਿ ਰਹੇ ਨੇ। ਤੇ ਜਿਹੜੇ ਅਸੀਂ ਬਣਾ ਕੇ ਰੱਬ ਬੈਠੇ ਹੋਏ ਹਾਂ ਤੇ ਉਹਨਾਂ ਰੱਬ ਬਣਾ ਕੇ ਅਸੀਂ ਉਹਨੂੰ ਪੂਜਦੇ ਪਏ ਹਾਂ। ਫਿਰ ਗੁਰੂ ਨਾਨਕ ਸਾਹਿਬ ਜੀ ਤਾਂ ਸਾਨੂੰ ਕੁਝ ਹੋਰ ਸਮਝਾ ਰਹੇ ਨੇ। ਸਤਿਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਉਸ ਉੱਚੇ ਨੂੰ, ਕਉ ਤੇ ਕੋ ਵਿੱਚ ਵੀ ਫਰਕ ਜੇ। ਕੱਕੇ ਨੂੰ ਹੋੜਾ ਲੱਗਾ ਕੋਈ, ਕੱਕੇ ਨੂੰ ਊੜਾ ਲੱਗ ਗਿਆ ਨਾਲ, ਤੇ ਨੂੰ, ਉਸ ਉੱਚੇ ਨੂੰ ਕੋਈ ਜਾਣ ਸਕਦਾ ਹੈ। ਕੌਣ? ਜਿਹੜਾ ਉਹਦੇ ਬਰਾਬਰ ਦਾ ਹੋਵੇ। ਤੇ ਅਸੀਂ ਕਹਿੰਦੇ ਹਾਂ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਤੇ ਜਦ ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ ਹੈ, ਤੇ ਫਿਰ ਉਹਦੇ ਬਰਾਬਰ ਅਸੀਂ ਕਿਹਨੂੰ ਬਿਠਾ ਸਕਦੇ ਹਾਂ? ਉਹਦੇ ਬਰਾਬਰ ਅਸੀਂ ਕਿਸੇ ਨੂੰ ਕਿਵੇਂ ਕਹਿ ਸਕਦੇ ਹਾਂ ਵੀ ਇਹੀ ਰੱਬ ਵਰਗਾ ਹੈ, ਜਦ ਕਿ ਉਹਦੀ ਬਰਾਬਰੀ ਕਰ ਹੀ ਕੋਈ ਨਹੀਂ ਸਕਦਾ। ਇਸ ਲਈ ਸਤਿਗੁਰੂ ਨਾਨਕ ਸਾਹਿਬ ਕਹਿੰਦੇ, ਜੇ ਠੀਕ ਹੈ ਮੈਂ ਮੰਨ ਲੈਣਾ, ਪਰ ਮੈਨੂੰ ਉਹਦੇ ਵਰਗਾ ਕੋਈ, ਉਹਦੀ ਬਰਾਬਰੀ ਵਰਗਾ ਦਿਖਾਓ ਤੇ ਸਹੀ। ਮੈਂ ਮੰਨ ਲੈਣਾ ਵੀ ਉਹਦਾ ਅੰਤ ਪਾਇਆ ਜਾ ਸਕਦਾ ਹੈ, ਪਰ ਸਾਹਿਬ ਕਹਿੰਦੇ ਮੈਨੂੰ ਉਹਦੇ ਉੱਚੇ ਵਰਗਾ ਬਰਾਬਰ ਉਚਾਈ ਤੇ ਚਾਹੀਦਾ ਹੈ। ਉਹਦੇ ਵਰਗਾ ਵੱਡਾ, ਉਹਦੇ ਵਰਗਾ ਵੱਡਾ ਚਾਹੀਦਾ ਹੈ। ਉਹਦੇ ਨਾਮਣੇ ਵਰਗਾ ਨਾਮਣਾ ਚਾਹੀਦਾ ਹੈ। ਫਿਰ ਕਹਿ ਸਕਦੇ ਹਾਂ ਵੀ ਹਾਂ ਰੱਬ ਵਰਗਾ ਵੀ ਕੋਈ ਹੋਰ ਹੈ, ਪਰ ਨਹੀਂ, ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੋ ਸਕਦਾ। ਏਵਡ ਆਪ ਜਾਣੈ ਆਪ ਆਪ। ਹੁਣ ਸਵਾਲ ਹੈ ਵੀ ਜੇ ਉਹਦੇ ਵਰਗਾ ਹੈ ਹੀ ਕੋਈ ਨਹੀਂ, ਫਿਰ ਉਹਨੂੰ ਅਸੀਂ ਜਾਣਾਂਗੇ ਕਿਵੇਂ? ਫਿਰ ਉਹਨੂੰ ਸਮਝਾਂਗੇ ਕਿਵੇਂ? ਸਾਹਿਬ ਜੀ ਦੋ ਗੱਲਾਂ ਕਲੀਅਰ ਕਰੋ ਕਿ ਉਸ ਪਰਮੇਸ਼ਵਰ ਨੂੰ ਕੌਣ ਜਾਣਦਾ ਹੈ, ਔਰ ਉਸ ਪਰਮੇਸ਼ਵਰ ਨੂੰ ਅਸੀਂ ਕਿਵੇਂ ਜਾਣ ਸਕਦੇ ਤੇ ਪਾ ਸਕਦੇ ਹਾਂ। ਸਾਹਿਬ ਕਹਿੰਦੇ ਜੇਵੜ ਆਪ ਜਾਣੈ ਆਪ ਆਪ। ਜੇਵੜ, ਜਿੰਨਾ ਵੱਡਾ ਉਹ ਆਪ ਹੈ, ਜਿੰਨਾ ਵਿਸ਼ਾਲ ਉਹ ਆਪ ਹੈ, ਜਿੰਨਾ ਉਹਦਾ ਦਰ ਤੇ ਉਹਦਾ ਘਰ ਵੱਡਾ ਹੈ, ਜਿੰਨੀ ਉਹਦੇ ਘਰ ਵਿੱਚ ਦਾਤਾਂ ਨੇ, ਬਖਸ਼ਿਸ਼ਾਂ ਨੇ, ਗੁਣ ਨੇ, ਵਡਿਆਈਆਂ ਨੇ, ਉਹ ਜਿੰਨਾ ਵੀ ਆਪ ਹੈ ਉਹ ਆਪ ਹੀ ਜਾਣਦਾ ਹੈ। ਉਹ ਆਪਣੇ ਬਾਰੇ ਆਪ ਹੀ ਕਹਿੰਦੇ ਜਾਣਦਾ ਹੈ। ਨਾਨਕ ਨਦਰੀ ਕਰਮੀ ਦਾਤ। ਹੁਣ ਦੂਜਾ ਸਵਾਲ ਸੀ ਵੀ ਜੇ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ, ਫਿਰ ਉਹਨੂੰ ਪਾਵਾਂਗੇ ਕਿਵੇਂ? ਤਾਂ ਗੁਰੂ ਸਾਹਿਬ ਜੀ ਕਹਿੰਦੇ ਪਾਇਆ ਜਾ ਸਕਦਾ ਹੈ। ਨਾਨਕ, ਧੰਨ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਨਦਰੀ ਕਰਮੀ ਦਾਤ। ਨਦਰੀ ਦਾ ਅਰਥ ਹੈ ਉਹਦੀ ਮਿਹਰ ਦੀ ਨਜ਼ਰ। ਕਰਮੀ ਦਾ ਇੱਥੇ ਅਰਥ ਹੈ ਬਖਸ਼ਿਸ਼। ਜਿਵੇਂ ਅਸੀਂ ਗੁਰਬਾਣੀ ਜਪਜੀ ਸਾਹਿਬ 'ਚ ਹੀ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰ ਕੇ ਆਏ ਹਾਂ, ਜੋ ਜੋ ਅੱਗੇ ਪੜ੍ਹਦੇ ਜਾਵਾਂਗੇ ਉਹੀ ਗੱਲਾਂ ਬਾਰ-ਬਾਰ ਸਾਨੂੰ ਰਿਪੀਟ ਕਰਾਈਆਂ ਜਾਣਗੀਆਂ। ਕਿਉਂ?
क्योंकि असी वो जिहड़ा पिछलियां पौड़ियां ने वो विसर ना जाइए। सानू असी पुछिया सी हुण इन्ना वड्डा वो अकाल पुरख परमेश्वर है, उस नूं पाउण वास्ते असी 2 सवाल रखे सी अगे। आप जी नूं पता है कई बार आपां विचारे ने, असी कहा सी फेर कै अगे रखी है, जित दिसै दरबार, मूहों कह बोलन बोलीए, जित सुन धरै प्यार। ते महाराज ने कहा सी अमृत वेला सच नाओ वडियाई विचार। उत्थे फिर साहब कहते करमी आवे कपड़ा, करमी इत्थे भी कह रहे ने नदरी करमी दात, उत्थे भी करमी दा अर्थ बख्शिश सी, इत्थे भी करमी दा अर्थ बख्शिश है। कपड़ा किहड़ा सी? आ परमेश्वर दे नाम दा। ਇਹ ਨਾਮ ਦਾ ਜਿਹਨੇ ਸਾਡੇ ਅੰਦਰ ਦੇ ਪਰਦੇ ਨੂੰ ਕੱਢਣਾ ਸੀ। ਇੱਕ ਕੱਪੜਾ ਬਾਹਰ ਦਾ, ਜੇ ਬਾਹਰ ਦੇ ਕੱਪੜੇ ਹੁੰਦੇ ਨਾ ਫਿਰ ਤੇ ਕੰਮ ਹੀ ਬੜਾ ਸੌਖਾ ਸੀ। ਇੱਕ ਮਾਰਕੀਟ ਤੋਂ ਨਾ ਮਿਲਿਆ ਦੂਜੇ ਚਲੇ ਜਾਓ, ਦੂਜੇ ਤੋਂ ਨਾ ਮਿਲਿਆ ਤੀਜੇ ਚਲੇ ਜਾਓ। ਅਸੀਂ ਧਰਮ ਦੀ ਦੁਨੀਆ 'ਚ ਵੀ ਮਾਰਕੀਟ ਬਣਾ ਲਈ। ਮਾਰਕੀਟ ਬਣਾਉਣ ਵਾਲੇ ਨੇ ਬਣਾ ਲਈ ਹੈ, ਉਹ ਬਖਸ਼ਿਸ਼ਾਂ ਦੇ ਕੱਪੜੇ ਵੰਡਦੇ ਆ ਤੇ ਅਸੀਂ ਲੈ ਕੇ ਆ ਜਾਂਦੇ ਆ, ਪਰ ਜਿਹੜਾ ਬਖਸ਼ਿਸ਼ ਦਾ ਕੱਪੜਾ ਮਿਲਣਾ ਹੀ ਉਹਦੇ ਘਰ 'ਚੋਂ ਹੈ, ਉਹ ਕਿਤੋਂ ਹੋਰ ਨਹੀਂ ਮਿਲ ਸਕਦਾ। ਇਸ ਲਈ ਸਾਹਿਬ ਨੇ ਕਿਹਾ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਉਸੇ ਵਿਚਾਰ ਨੂੰ ਇੱਥੇ ਲਿਆਓ। ਉੱਥੇ ਵੀ ਨਦਰੀ ਤੇ ਕਰਮੀ ਗੁਰੂ ਸਾਹਿਬ ਨੇ ਆਖਿਆ, ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਨੇ ਨਾਨਕ ਨਦਰੀ ਕਰਮੀ ਦਾਤ। ਉਹ ਜਿਹੜੀਆਂ ਉਹਦੇ ਮਿਲਾਪ ਦੀਆਂ ਦਾਤਾਂ ਨੇ, ਉਹਨੂੰ ਜਾਣਨ ਦੀਆਂ ਦਾਤਾਂ ਨੇ, ਉਹਦੇ ਵਿੱਚ ਸਮਾ ਜਾਣ ਵਾਲੀਆਂ ਬਖਸ਼ਿਸ਼ਾਂ ਨੇ, ਇਹ ਉਹਦੀ ਨਜ਼ਰ ਵਿੱਚ ਮਿਲਣੀਆਂ, ਉਹਦੀ ਕਿਰਪਾ ਵਿੱਚ ਮਿਲਣੀਆਂ ਨੇ। ਇਸ ਲਈ ਤੁਹਾਨੂੰ ਇੱਕ ਦਰ ਦੇ ਦਿੱਤਾ ਗੁਰਦੁਆਰਾ। ਤੁਸੀਂ ਗੁਰਦੁਆਰੇ ਆਓ ਤੇ ਗੁਰਦੁਆਰੇ ਆ ਕੇ ਬੇਨਤੀ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ। यही गुरुद्वारे आके कहो किरत कर्म के विछड़े, कर किरपा मिलो राम। ये मालिक जी असी अपने कीते कर्म अनुसार विछड़ चुके हैं, हुण तुहाडी नज़र ते तुहाडी बख्शिश दे पात्र बनन लई असी गुरुद्वारे आए हैं। ते सतगुरु नूं बेनती है कि सतगुरु सानू अकाल पुरख दी सोझी दिओ। गुरा एक देह बुझाई, सबना जियां का एक दाता, सो मैं विसर ना जाई, ताकि मैं उहदे विच एक दिन समा जावां। जिथे आप जी ने धन गुरु नानक साहब जी वल्लों उचारण कीती हुई जप जी साहब दी पावन बाणी विचों 24ਵੀਂ पौड़ी दी विचार नूं सरवण कीता है, उत्थे अज 7वें पातशाह धन धन गुरु हर राय साहब जी का अज प्रकाश पुरब है। रोज अरदास दे विच आपां चेते करते हाँ, अर्जन हर गोबिंद नूं सिमरो श्री हर राय। गुरु हर राय साहब जी नूं आपां क्यों सिमरना है? सिमरन दा अर्थ हुंदा चेते करना। गुरु हर राय साहब जी नूं आपां क्यों चेते करना? क्योंकि धन गुरु हर राय साहब, जिस गुरु साहब जी दियां आपां विचारां कीतियां ने ना, गुरा एक देह बुझाई, वो है धन गुरु नानक साहब का घर। तुसीं इस घर दी जिम्मेवारियां लैके और ईमानदारी नाल बाखूबी उन्हां जिम्मेवारियां नूं निभाउंदिआं तुसीं टुੱਟਿਆਂ नूं जोड़न दा यतन कीता है। ये वो घर है जिथे तोड़िया नहीं जाता, जिथे टुੱਟਿਆਂ नूं जोड़िया जाता है। इत्थे जोड़न दीआं जुगतियां दसीआं जांदियां ने, इत्थे तोड़न दीआं जुगतियां नहीं दसीआं जांदियां। इत्थे भटकियां होइयां नूं, गुमराह पए जिहड़े होए होए ने, उन्हां नूं भुल्लियां नूं मार्ग दिखाया जांदा है, मार्ग दर्शन कराया जांदा है भी तुरना तुसीं है, तुहानूं रस्ता दस दिता। भूले मार्ग जिन्हें बताया, ऐसा गुर वड भागी पाया। सतगुरु कहंदे तैनूं मैं मार्ग दर्शन करवा दिता, हुण तूं इस राह उत्ते तुर, तुर के ते निरंकार विच जाके समा जा। गुरु हर राय साहब जी ने यह नुकता गुरु हरगोबिंद साहब जी तो लिया कि टुੱਟਿਆਂ नूं जोड़ना, जुड़ियां नूं तोड़ना नहीं है। इत्थे यह भी नुकता आपां लैके चलना
कि असी गुरु घर इस ढंग नाल आईए ते जाइए, उठिए ते बैठिए, जुड़िए ते जोड़िए कि साडे कोलों जिन्ना हो सके जोड़न दा यतन करिए, तोड़न दा नहीं। असी जुड़ियां नूं जोड़ के रखना है, तोड़न वालियां नूं तोड़ना नहीं है, सगों यतन करिए उन्हां नूं भी असी जोड़न दा यतन करिए। जां एक छोटी जी उदाहरण दे के चलां, मान लो तुसी जुड़े बैठे हो, सारियां दा ध्यान इकागर होया होया है। हुण एक सज्जण ऐसा आवे जिहदा आउंदियां ही दरवाजे तो पता लग जे भी आ रहा है, ते वो जदों आके परिक्रमा करके संगत वल नूं आवे, आया एक जणा सी पर सुरत पता नहीं किन्नियां दी हिला गया। इहदा मतलब ना आप जुड़िया ते ना जुड़ियां नूं जुड़न दिता। यही है ना कि जिन्ने जुड़े बैठे सी वो आया ते एक सी, पर आउंदियां जांदियां सारियां दी सुरत हिला गया। असी ते जुड़ियां दे नाल जुड़ना सी, पर होया कि असी जांदे जांदे जुड़ियां नूं भी हिला के चले गए। यानी संत सिंह मस्कीन जी एक गल किया करदे सी, कहंदे कि जिहड़ा संगत जुड़ी हुई संगत दी सुरत नूं हिला दिंदा, इस तो वड्डा पाप कोई नहीं है। इस तो वड्डा कोई पाप नहीं जिहड़ा जुड़ी हुई संगत दी सुरत नूं हिला देवे। ते कहंदे जे किसे नूं टुੱਟੇ होए नूं संगत विच लिया के गुरबाणी नाल जोड़ देवे, इस तो वड्डा पुण्य कोई नहीं है। पर सानू दुनिया च पाप पुण्य बड़े समझाए गए, पर सब तो वड्डा पाप ते पुण्य आ है। सतगुरु मेहर करन, जदों गुरु हरगोबिंद साहब पातशाह जी, क्योंकि गुरु हरराय साहब जी का प्रकाश बाबा गुरदित्ता जी के घर दे विच माता निहाल कौर जी की कुख विचों 1630 नूं प्रकाश 26 फरवरी अज दे दिन प्रकाश कीरतपुर साहब की धरती ते हुंदा है। ते बाबा गुरदित्ता जी कौन ने? गुरु हरगोबिंद साहब, मीरी पीरी दे मालिक दे सब तो वड्डे पुत्र बाबा गुरदित्ता जी। कहंदे ने उन्हां दे घर विच 2 पुत्र आए ने। पहला पुत्र दी दात आई ते गुरु हरगोबिंद साहब नूं सुनेहा भेजिया भी तुहानूं वधाई होवे, तुहाडे घर विच पोतरा आया है। सतगुरु महाराज जी गए ने, जदों चुकिया ना गोद विच, ते सतगुरु ने उहदा चेहरा वेख के ही कह दिता भी इह ते प्रिथी चंद दोबारा आ गया। क्योंकि प्रिथी चंद दा सुभाਅ दा आ गया कि उहदा नाम सी धीर मल। धीर मल नाम उस वेले रखिया गया। ते जदों समा पा के फिर जदों घर विच दात आई ना पुत्र दी, सुनेहा भेजिया गया भी तुहाडे घर दूजी वार वधाई, तुहाडे घर पोतरा आया। ते गुरु हरगोबिंद साहब जी आए, जदों आके गोद विच लिया ना, ते गोद विच लैंदियां सारी कहंदे मेरा हरी आ गया। कहंदे मेरा हरी, अज वो आप परमेश्वर हरी वाहिगुरु आ गया। पहले नूं गोद विच लैके कहंदे सी प्रिथी चंद दी सोच दा आ गया। ते इहनूं अज जिहड़ा अज बाबा गुरदित्ता जी दे घर जिस बालक ने आउणा कीता, साहब कहंदे ये हरी आ गया। ते नाम सतगुरु ने रखिया हर राय। ये गुरु हरगोबिंद साहब दे रसना तो मुखार बिंद तो नाम जिहड़ा सी रखिया गया। हुण हर राय साहब जी हजे 4 कुछ सालां दे सन जदों बाबा गुरदित्ता जी शरीरक चोला त्याग गए। ते जदों पिता दा रोल खत्म होया ते दादे ते पोते दा प्यार जिहड़ा सी आपस दे विच गूढ़ा पै गया। इन्ना गूढ़ा प्यार आम आपां घरां 'च वेखदे ही हां कि बच्चे अक्सर बजुर्गां दी नकल उतारदे ने, अक्सर जिहड़ा उन्हां वांगू करके दिखाउंदे ने। घरां विच दोते पोते हुंदे ने ते जदों घर विच बजुर्ग उन्हां नूं वेखदा है ते बड़ा खुश हुंदा है। यही कारण सी जिवें गुरु हरगोबिंद साहब ने मीरी पीरी दे मालिक बन के चोला पहनना ना, ते हर राय साहब जी अंदर भी भावना बनी कि मैं भी जिहड़ा वो इस तरह का चोला पा के रखना है। एक बेनती करदा चलां, नुकते बहुत ने गुरु हरराय साहब जी के जीवन विचों समझण वास्ते, कला इतिहास नहीं, आपां उन्हां नुकतियां नूं समझना है। जे घरां विच बजुर्ग ही अध घड़ कपड़े पाएगा ते बच्चे अगों की करनगे? बच्चियां धीआं पुत्रां ने ते भी वेखना। हुण मां किवें समझाएगी जवान धी नूं भी पुत्र अध घड़ कपड़े ना पाया कर? उन्हें कहना मां तू आप ते उदां दे पाउनी है, मैनूं की समझाउनी है? पुत्र जे पिता पुत्र नूं समझाएगा ते अगों पुत्र कहेगा बापू जी पहला अपने जीवन विच वेखो, मैनूं बाद विच समझाया जे। पहला ते सानूं अपना आप देखना पैना है
ਫਿਰ ਬੱਚਿਆਂ ਨੂੰ ਜਦੋਂ ਕਹਿਣ ਦੀ ਲੋੜ ਹੀ ਨਹੀਂ ਪੈਣੀ, ਕਿਉਂਕਿ ਜਿੱਦਾਂ ਦਾ ਘਰ ਦਾ ਮਾਹੌਲ ਹੋਏਗਾ ਬੱਚਿਆਂ ਦੇ ਜੀਵਨ ਵਿੱਚ ਪ੍ਰਭਾਵ ਵੀ ਉਸ ਤਰ੍ਹਾਂ ਦਾ ਹੀ ਪੈ ਜਾਏਗਾ। ਬੜਾ ਵੱਡਾ ਨੁਕਤਾ ਹੈ ਇਹ, ਕਿ ਹਰ ਰਾਏ ਸਾਹਿਬ ਨੂੰ ਕਿਹਾ ਥੋੜੀ ਸੀ ਵੀ ਤੁਸੀਂ ਚੋਲਾ ਪਾਓ। ਉਹ ਚੋਲਾ ਪਾ ਕੇ ਨਹੀਂ, ਉਹ ਜਦੋਂ ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਆ ਤੇ ਉਹਨਾਂ ਅੰਦਰ ਚਾਉ ਪੈਦਾ ਹੋਇਆ, ਹੁਣ ਉਹ ਚੋਲਾ ਪਹਿਨ ਤਾਂ ਲਿਆ। ਕਹਿੰਦੇ ਜਿਹੜਾ ਬਾਗ ਸੀ ਨਾ ਕੀਰਤਪੁਰ ਸਾਹਿਬ, ਇਹ ਬਾਬਾ ਗੁਰਦਿੱਤਾ ਜੀ ਨੇ ਇੱਥੇ ਸਾਰੀ ਉਸਾਰੀ ਕਰਵਾਈ ਤੇ ਸੋਹਣਾ ਬਾਗ ਜਿਹੜਾ ਸੀ ਉਹ ਬਣਵਾਇਆ ਸੀ। ਜਦੋਂ ਬਾਗ ਵਿੱਚ ਤੁਰੇ ਜਾਂਦੇ ਤੇ ਭੱਜ ਕੇ ਮਗਰ ਜਾਂਦੇ ਨੇ ਵੀ ਮੈਂ ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਰਲ ਜਾਵਾਂ। ਕਾਲੀ ਕਾਲੀ ਦੇ ਵਿੱਚ ਫੁੱਲ ਟੁੱਟ ਜਾਂਦਾ ਹੈ। ਉਹ ਜਦੋਂ ਟੁੱਟਿਆ ਫੁੱਲ ਗੁਰੂ ਹਰਗੋਬਿੰਦ ਸਾਹਿਬ ਵੇਖਦੇ ਨੇ ਤੇ ਪੁੱਛਿਆ ਇਹ ਕਿਹਦੇ ਕੋਲੋਂ ਟੁੱਟਾ? ਫਿਰ ਉੱਥੇ ਨੀਵੀਂ ਪਾ ਕੇ ਕਹਿੰਦੇ ਸਤਿਗੁਰੂ ਮੇਰੇ ਕੋਲੋਂ ਇਹ ਟੁੱਟ ਗਿਆ। ਸਾਹਿਬ ਜੀ ਕਹਿੰਦੇ ਇਹ ਜਿਹੜਾ ਤੁਸੀਂ ਚੋਲਾ ਪਾਇਆ ਨਾ, ਜੇ ਪਾਇਆ ਹੈ ਤੇ ਫਿਰ ਇਹਨੂੰ ਸੰਕੋਚ ਕੇ ਚੱਲਣ ਦੀ ਜਾਚ ਵੀ ਸਿੱਖੋ। ਇਹ ਵੀ ਇੱਕ ਨੁਕਤਾ ਸੀ। ਅਸੀਂ ਧਰਮ ਦੇ ਚੋਲੇ ਪਾ ਤਾਂ ਲੈਂਦੇ ਹਾਂ, ਪਰ ਹਰਕਤਾਂ ਇਦਾਂ ਦੀਆਂ ਕਰ ਲੈਂਦੇ ਹਾਂ ਜਿਹਦੇ ਨਾਲ ਇਹ ਚੋਲਾ ਵੀ ਅਸੀਂ ਬਦਨਾਮ ਕਰ ਦਿੰਦੇ ਹਾਂ। ਮਾਫ ਕਰਨਾ, ਚੋਲੇ ਪਾ ਲੈਣੇ, ਧਰਮੀ ਲਿਵਾਜ਼ ਪਾ ਲੈਣਾ ਬੜਾ ਸੌਖਾ ਹੈ, ਪਰ ਉਹਨੂੰ ਸੰਭਾਲ ਕੇ ਚੱਲਣਾ ਬੜਾ ਔਖਾ ਹੈ। ਉਹਨੂੰ ਦਾਗ ਤੋਂ ਰਹਿਤ ਕਰਕੇ ਚੱਲਣਾ ਬੜਾ ਔਖਾ ਹੈ। ਅਸਲ ਵਿੱਚ ਇਹੀ ਸਮਝਾਇਆ ਸੀ ਕਿ ਧਰਮੀ ਚੋਲੇ ਪਾਉਣੇ ਬੜੇ ਸੌਖੇ ਨੇ, ਪਰ ਧਰਮੀ ਅੰਦਰੋਂ ਬਣਨਾ ਬੜਾ ਔਖਾ ਹੈ। ਇਸ ਲਈ ਜੇ ਚੋਲਾ ਪਹਿਨਿਆ ਤੇ ਇਹਦੀ ਅਹਿਮੀਅਤ ਨੂੰ ਵੀ ਸਮਝ ਕੇ ਚੱਲੋ। ਇਹ ਧਰਮ ਦਾ ਲਿਵਾਜ਼ ਤੋੜਨ ਲਈ ਨਹੀਂ ਪਾਇਆ ਗਿਆ, ਇਹ ਧਰਮ ਦਾ ਲਿਵਾਜ਼ ਜੋੜਨ ਵਾਸਤੇ ਪਾਇਆ ਗਿਆ ਹੈ। ਉਹ ਨੁਕਤਾ ਸਮਝਿਆ। ਹਰ ਗੁਣ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਤੋਂ ਗ੍ਰਹਿਣ ਕੀਤੇ, ਘੜੀਐ ਸ਼ਬਦ ਸੱਚੀ ਟਕਸਾਲ, ਇੱਕ ਦਿਨ ਫਿਰ ਇੰਨਾ ਕੁ ਘੜ ਦਿੱਤਾ ਗਿਆ ਕਿ ਅੱਜ ਕਹਿੰਦੇ ਨੇ 14 ਸਾਲ, ਜੇ 1630 ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਤੇ 1644 ਦੇ ਵਿੱਚ ਫਿਰ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਜਿਹੜੀ ਹੈ ਇਹ ਪ੍ਰਾਪਤ ਹੁੰਦੀ ਹੈ। ਫਿਰ ਗੁਰੂ ਹਰ ਰਾਏ ਸਾਹਿਬ ਕਿਉਂ ਸਿਮਰਨਾ ਹੈ ਆਪਾਂ? ਕਿਉਂਕਿ ਗੁਰੂ ਸਾਹਿਬ ਜੀ ਨੇ ਜਿੱਥੇ 2200 ਘੋੜ ਸਵਾਰ ਤਿਆਰ ਬਰ ਤਿਆਰ ਰਹਿੰਦੇ ਨੇ ਸਤਿਗੁਰੂ ਜੀ ਦੇ ਨਾਲ, ਜਦੋਂ ਵੀ ਜਾਂਦੇ ਆ ਸ਼ਿਕਾਰ ਕਰਨ ਕੇ ਕਿਸੇ ਦੀ ਹੱਤਿਆ ਕਰਨ ਲਈ ਨਹੀਂ ਜਾਂਦੇ, ਸਗੋਂ ਜਾਂਦੇ ਨੇ ਕੋਈ ਨਵਾਂ ਪੰਛੀ ਵੇਖਿਆ ਤੇ ਲਿਆ ਕੇ ਬਾਗ ਵਿੱਚ ਛੱਡ ਦਿੱਤਾ। ਕੋਈ ਵੀ ਵਧੀਆ ਜਿਹੜਾ ਜਾਤੀ ਦਾ ਕੋਈ ਜੀਵ ਜੰਤੂ ਵੇਖਿਆ ਤੇ ਉਹਨੂੰ ਬਾਗ ਦੇ ਵਿੱਚ ਲਿਆ ਕੇ ਛੱਡ ਦਿੱਤਾ। ਕਦੀ ਕਿਸੇ ਦੇ ਉੱਤੇ ਕਹਿੰਦੇ ਉਹ ਜਿਹੜਾ ਕਿਸੇ ਦੀ ਹੱਤਿਆ ਨਹੀਂ ਕੀਤੀ, ਕਿਸੇ ਨਾਲ ਗਰੀਬ ਮਾਰ ਨਹੀਂ। ਜਿੱਥੇ ਗੁਰਬਾਣੀ ਦੇ ਵਿੱਚ ਸਰਬ ਰੋਗ ਕਾ ਔਖਦ ਨਾਮ ਵੰਡਦੇ ਨੇ, ਉੱਥੇ ਬਕਾਇਦਾ ਬਾਹਰੋਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਗੁਰੂ ਸਾਹਿਬ ਨੇ ਇੱਕ ਦਵਾਖਾਨਾ ਖੋਲ੍ਹਿਆ, ਔਰ ਉਸ ਦਵਾਖਾਨੇ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ। ਭਾਵੇਂ ਦੁਸ਼ਮਣ ਵੀ ਆ ਜਾਏ ਨਾ ਦਵਾਈ ਲੈਣ ਲਈ, ਤੇ ਦੁਸ਼ਮਣ ਨੂੰ ਵੀ ਦਵਾਈ ਦਿੰਦੇ ਆ, ਇਹ ਸੋਚ ਕੇ ਨਹੀਂ ਕਿ ਇਹ ਮੇਰਾ ਦੁਸ਼ਮਣ ਹੈ। ਕਿਉਂਕਿ ਇੱਕ ਦਿਨ ਸ਼ਾਹਜਹਾਂ ਦਾ ਪੁੱਤਰ ਜਦੋਂ ਬਿਮਾਰ ਪੈ ਗਿਆ ਤੇ ਉਹਨੂੰ ਕਿਤੇ ਦਵਾ ਦਾਰੂ ਦਾ ਅਸਰ ਨਹੀਂ ਸੀ ਹੁੰਦਾ, ਤੇ ਕਿਸੇ ਨੇ ਆਖਿਆ ਸੀ ਹੁਣ ਇੱਕੋ ਹੀ ਘਰ ਬਚਿਆ ਗੁਰੂ ਹਰ ਰਾਏ ਸਾਹਿਬ ਦਾ, ਉਹਨਾਂ ਦੇ ਦਵਾਖਾਨੇ ਵਿੱਚੋਂ ਜੋ ਸਮੱਗਰੀ ਚਾਹੀਦੀ ਆ ਉਹ ਮਿਲੇਗੀ। ਪਰ ਕਿਵੇਂ ਮਿਲੇਗੀ? ਕਿਉਂਕਿ ਸ਼ਾਹਜਹਾਂ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਦਾ ਰਿਹਾ, ਉਹਤੇ ਬਾਰ-ਬਾਰ ਆਪਣੀ ਫੌਜ ਚਾੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਤੋ ਸ਼ਾਹਜਹਾਂ ਆਪਣੇ ਪੁੱਤਰ ਨੂੰ ਕਿਵੇਂ ਬਚਾਏਗਾ? ਉਹਨੇ ਫਿਰ ਰੋ ਕੇ ਇੱਕ ਬੇਨਤੀ ਪੱਤਰ ਲਿਖਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਨੂੰ ਹਰ ਰਾਏ ਸਾਹਿਬ ਜੀ, ਮੈਂ ਇਸ ਘਰ ਦਾ ਬਹੁਤ ਵੱਡਾ ਗੁਨਾਹਗਾਰ ਹਾਂ, ਪਰ ਅੱਜ ਮੇਰੀ ਇੱਕ ਬੇਨਤੀ ਹੈ ਕਿ ਮੇਰੇ ਪੁੱਤਰ ਦੀ ਜਾਨ ਤੁਹਾਡੇ ਘਰ ਚੋਂ ਬਚ ਸਕਦੀ ਹੈ। ਸਤਿਗੁਰੂ ਨੇ ਉੱਥੇ ਇਹ ਨਹੀਂ ਦੇਖਿਆ ਵੀ ਇਹ ਗੁਰੂ ਘਰ ਦਾ ਦੁਸ਼ਮਣ ਹੈ, ਨਹੀਂ, ਕਿਉਂਕਿ ਇਹ ਉਹ ਘਰ ਹੈ ਜਿੱਥੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਪਰ ਇਹ ਉਹ ਘਰ ਹੈ ਜਿੱਥੇ ਕਿਸੇ ਦਾ ਬੁਰਾ ਨਹੀਂ ਮੰਗਿਆ ਜਾਂਦਾ, ਤੱਕਿਆ ਜਾਂਦਾ, ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਪਰ ਪਤਾ ਨਹੀਂ ਕਿਉਂ ਇਸ ਜਿਹੜਾ ਇਹ ਘਰ ਸਰਬੱਤ ਦਾ ਭਲਾ ਮੰਗਦਾ ਹੈ, ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਦੀ ਸੇਵਾ ਵਿੱਚ ਜੁਟ ਜਾਂਦਾ ਹੈ। ਜਦੋਂ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ, ਉਹਦੀ ਜ਼ਰੂਰਤ ਲਈ ਉੱਥੇ ਗੁਰੂ ਕਾ ਖਾਲਸਾ ਪਹੁੰਚ ਜਾਂਦਾ ਹੈ। ਪਰ ਜਦੋਂ ਕਿਤੇ ਗੁਰੂ ਕੇ
ਘਰ ਵਿੱਚ ਸਮਾਗਮ ਹੁੰਦੇ ਨੇ। ਜਿਵੇਂ ਨਨਕਾਣਾ ਸਾਹਿਬ ਦੇਖ ਲਓ ਕਿ 100 ਸਾਲ ਦੀ ਸ਼ਤਾਬਦੀ ਸੀ ਉਸ ਸਾਕੇ ਦੀ, ਪਰ ਸਾਡੇ ਕੇਂਦਰ ਸਰਕਾਰ ਨੇ ਹੁਕਮ ਫਰਮਾਨ ਐਸਾ ਜਾਰੀ ਕਰ ਦਿੱਤਾ ਕਿ ਜਿਹੜੇ ਜਥੇ ਜਾਣੇ ਸੀ ਉਹਨਾਂ ਤੇ ਰੋਕ ਲਾ ਦਿੱਤੀ ਗਈ। ਹਾਲਾਂਕਿ ਇਹ ਉਹ ਘਰ ਹੈ ਜਿੱਥੇ ਰੋਜ਼ ਅਰਦਾਸ ਕੀਤੀ ਜਾਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਇਹ ਕੇਂਦਰ ਸਰਕਾਰ ਅੱਜ ਕਿਉਂ ਭੁੱਲ ਗਈ? ਕਿਸੇ ਵੇਲੇ ਸ਼ਾਹਜਹਾਂ ਨੇ ਰੋ ਕੇ ਕਿਹਾ ਸੀ ਕਿ ਗੁਰੂ ਹਰਿਰਾਏ ਸਾਹਿਬ, ਜੇ ਤੁਹਾਡੇ ਘਰ ਚੋਂ ਦਵਾ ਨਾ ਮਿਲਦੀ ਤੇ ਮੇਰਾ ਪੁੱਤਰ ਦਾਰਾ ਸ਼ਕੋ ਜਿਹੜਾ ਇਹ ਕਦੀ ਬਚ ਨਹੀਂ ਸੀ ਸਕਦਾ। ਇਹ ਉਹ ਹੈ ਜਿੱਥੇ ਬਾਬਰ ਦਾ ਸਿਰ ਝੁਕ ਗਿਆ, ਹਿਮਾਯੂ ਦਾ ਸਿਰ ਝੁਕ ਗਿਆ, ਅਕਬਰ ਦਾ ਸਿਰ ਝੁਕ ਗਿਆ, ਜਹਾਂਗੀਰ ਦਾ ਸਿਰ ਝੁਕ ਗਿਆ, ਸ਼ਾਹਜਹਾਂ ਦਾ ਸਿਰ ਝੁਕ ਗਿਆ, ਇੱਥੋਂ ਤੱਕ ਕਿ ਔਰੰਗਜ਼ੇਬ ਵੀ ਇੱਕ ਦਿਨ ਇਸ ਘਰ ਅੱਗੇ ਝੁਕ ਗਿਆ। ਇਹ ਸਤਿਗੁਰੂ ਤੁਹਾਡਾ ਘਰ, ਤੁਹਾਡਾ ਦਰ ਬਹੁਤ ਵੱਡਾ ਹੈ ਜਿਹੜਾ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਪਰ ਅੱਜ ਜਿੱਥੇ ਥਾਂ ਥਾਂ ਤੇ ਜਾਂ ਉਚੇਚੇ ਤੌਰ ਤੇ ਅਕਾਲ ਤਖਤ ਸਾਹਿਬ ਵੱਲੋਂ ਵੀ ਜਿਹੜੇ ਉਹ ਪਰਜ਼ੋਰ ਵਿਰੋਧ ਕੀਤਾ ਗਿਆ ਕਿ ਜਿਹੜਾ ਸਾਕਾ ਨਨਕਾਣਾ ਦੇ ਵਿੱਚ ਜਥਿਆਂ ਨੂੰ ਰੋਕ ਲਾਈ ਗਈ, ਇਸ ਅਸਥਾਨ ਤੋਂ ਵੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਵੀ ਅਸੀਂ ਉਸ ਗੱਲ ਦਾ ਵਿਰੋਧ ਜਿਹੜਾ ਪਰਜ਼ੋਰ ਕਰਦੇ ਹਾਂ ਕਿ ਜੋ ਹੋਇਆ ਉਹ ਠੀਕ ਨਹੀਂ ਹੋਇਆ, ਕਿਉਂਕਿ ਇਹ ਜਿੰਨਾ ਮਰਜ਼ੀ ਕੋਈ ਵਿਰੋਧ ਕਰੇ ਪਰ ਇਹ ਉਹ ਘਰ ਹੈ ਜਿੱਥੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਤੇ ਮੰਗਿਆ ਹੈ, ਮੰਗਣਾ ਹੈ ਤੇ ਮੰਗਿਆ ਜਾਂਦਾ ਰਹੇਗਾ, ਕਿਉਂਕਿ ਸਾਨੂੰ ਸਤਿਗੁਰੂ ਨੇ ਸਿਖਾਇਆ ਹੀ ਇਹ ਕੁਝ ਹੈ। ਜਿੱਥੇ ਗੁਰੂ ਹਰਿਰਾਏ ਸਾਹਿਬ ਨੇ ਦਵਾਖਾਨਾ ਖੋਲ੍ਹਿਆ, ਜਿੱਥੇ ਸੁੰਦਰ ਬਾਗ ਬਗੀਚੇ ਲਵਾਏ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ, ਉੱਥੇ ਸਤਿਗੁਰੂ ਨੇ ਇੱਕ ਬੜੀ ਵੱਡੀ ਗੱਲ ਕਹਿ ਦਿੱਤੀ। ਕਹਿਣ ਲੱਗੇ, ਜੋ ਗੁਰਬਾਣੀ ਪੈ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜੇ ਗੁਰੂ ਬਾਬੇ ਨਾਨਕ ਦੇ ਘਰ ਦਾ ਸਿੱਖ ਬਣਨਾ ਤਾਂ ਗੁਰਬਾਣੀ ਦਾ ਅਦਬ ਕਰਨਾ ਸਿੱਖੋ, ਗੁਰਬਾਣੀ ਨਾਲ ਪਿਆਰ ਕਰਨਾ ਸਿੱਖੋ। ਸਤਿਗੁਰੂ ਜੀ ਤੁਸੀਂ ਕਹਿ ਤਾਂ ਦਿੱਤਾ, ਪਰ ਤੁਹਾਡੇ ਹੀ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੇ ਅਨਰਥ ਕੀਤੇ। ਸਾਹਿਬ ਕਹਿੰਦੇ ਮੈਂ ਇੱਥੇ ਭਾਵੇਂ ਮੇਰਾ ਪੁੱਤਰ ਵੀ ਕਿਉਂ ਨਾ ਹੋਵੇ, ਮੈਂ ਉਹਨੂੰ ਵੀ ਇਹੀ ਕਹਾਂਗਾ ਕਿ ਜੋ ਗੁਰਬਾਣੀ ਪੈ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਔਰ ਇਹ ਕਿਹਾ ਨਹੀਂ, ਕਰਕੇ ਵਿਖਾਇਆ। ਸਾਹਿਬ ਕਹਿੰਦੇ ਰਾਮ ਰਾਏ ਨੂੰ ਕਹਿ ਦਿਓ ਅੱਜ ਤੋਂ ਬਾਅਦ ਮੇਰੇ ਮੱਥੇ ਨਹੀਂ ਲੱਗਣਾ। ਜਿਹੜਾ ਗੁਰਬਾਣੀ ਨਾਲ ਅਦਬ ਪਿਆਰ ਸਤਿਕਾਰ ਨਾਲ ਨਹੀਂ ਨਾ ਜੁੜੇਗਾ ਉਹ ਮੇਰਾ ਪੁੱਤਰ ਵੀ ਨਹੀਂ ਹੋ ਸਕਦਾ। ਇਸ ਲਈ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਅੱਜ ਜਿੱਥੇ ਵਿਚਾਰ ਆਪ ਜੀ ਨੇ ਸਰਵਣ ਕੀਤੀ, ਉੱਥੇ ਆਪ ਸਮੁੱਚੀ ਸੰਗਤ ਨੂੰ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਆਪ ਜੀ ਨੂੰ ਵਧਾਈਆਂ ਹੋਣ। ਆਪਾਂ ਸਾਰੇ ਰਲ ਕੇ ਆਪ ਵੀ ਜੁੜਿਆ ਕਰੀਏ, ਹੋਰਾਂ ਨੂੰ ਵੀ ਜੋੜੀਏ, ਆਪ ਵੀ ਗੁਰਬਾਣੀ ਨਾਲ ਪਿਆਰ ਪਾਓ ਤੇ ਹੋਰਾਂ ਨੂੰ ਵੀ ਆਪਾਂ ਉਪਦੇਸ਼ ਦਈਏ ਕਿ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਦਾ ਅਦਬ ਸਤਿਕਾਰ ਆਪਣੇ ਹਿਰਦੇ 'ਚ ਵਸਾਈਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਹੋ ਸਕੇ। ਆਓ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤਮਈ ਪਾਵਨ ਬਚਨ ਰਲ ਮਿਲ ਕੇ ਪੜ੍ਹਨਾ ਕਰੀਏ ਜੀ। ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ